चौसठ महला पहला चौतुके। माए बाप को बेटा नीका, ससुर चतुर जवाई। बाल कन्या को बाप प्यारा, भाई को अत भाई। माए बाप को बेटा नीका, ससुर चतुर जवाई। बाल कन्या को बाप प्यारा, भाई को अत भाई। नाम दान इशनान न मन मुख, तित तन धूड़ तुम्हाई। मन मानिया नाम सखाई, पाए परौं गुरु कै बलिहारै। जिन साची बूझ बुझाई, रहाओ जग स्यों झूठ प्रीत मन बेदिया। जन स्यों वाद रचाई, माया मगन अहनिस मग जो है। नाम ना लेवै मरै बिख खाई, गंधन वैण रता हितकारी। शब्द सुरत न आई, रंग न राता रस नहीं बेधिया। मन मुख पत गवाई, साध सभा मह सहज न चाखिया। जेहबा रस नहीं राई, मन तन धन अपना कर जानिया। दर की खबर न पाई, अखी मीट चलिया अंधियारा। घर दर दिसै न भाई, जमदर बाधा ठौर न पावै। अपना किया कमाई, नदर करे तां अखी वेखा। कहना कथन न जाई, कन्नी सुन सुन शब्द सलाही। अमृत हृदय वसाई, निरभउ निरंकार निर्वैर। पूर्ण जोत समाई, नानक गुर बिन भरम न भागै। सच नाम वਡਿਆਈ, निरभउ निरंकार निर्वैर। पूਰਨ जोत समाई, नानक गुर बिन भरम न भागै। सच नाम वਡਿਆਈ। वाहिगुरु जी का खालसा, वाहिगुरु जी की फतेह। सतਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ।
ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੁੰਦਾ ਹੈ। ਅੱਜ ਮਹਾਰਾਜ ਨੇ ਸਾਨੂੰ ਕੁਝ ਗੱਲਾਂ ਗਹਿਰੀਆਂ ਕੀਤੀਆਂ ਨੇ ਕਿ ਅਸੀਂ ਗੱਲਾਂ ਤੇ ਬਹੁਤ ਕਰਦੇ ਹਾਂ, ਪਰ ਕੀ ਸਾਡੇ ਮਨ ਵਿੱਚ ਪ੍ਰਤੀਤ ਵੀ ਹੈ? ਅਸਾਂ ਆਪਣੇ ਆਪ ਨੂੰ ਮੁੜ ਇੱਥੇ ਖੜੇ ਕਰਕੇ ਵਿਚਾਰਨਾ ਕਿ ਵਾਕਿਆ ਹੀ ਜੋ ਗਿਆਨ ਅਸੀਂ ਪੜ੍ਹਦੇ ਸੁਣਦੇ ਤੇ ਵਾਚਦੇ ਹਾਂ, ਕੀ ਉਹ ਤੇ ਦਾਤੇ ਤੇ ਵਿਸ਼ਵਾਸ ਵੀ ਹੈ? ਤੇ ਲੱਗੇਗਾ ਵੀ ਕਿਤੇ ਨਾ ਕਿਤੇ ਸਾਡੇ ਵਿਸ਼ਵਾਸ ਵਿੱਚ ਕਮੀ ਹੈ। ਗਿਆਨ ਵਿੱਚ ਕਮੀ ਨਹੀਂ ਹੈ, ਗਿਆਨ ਤੇ ਬਹੁਤ ਹੈ। ਗਿਆਨ ਤੇ ਇੰਨਾ ਹੈ ਕਿ ਵਰਤਿਆ ਨਹੀਂ ਜਾ ਰਿਹਾ, ਉਹਦਾ 10% ਵੀ ਅਸੀਂ ਨਹੀਂ ਵਰਤ ਪਾ ਰਹੇ, ਪਰ ਜੋ ਵਿਸ਼ਵਾਸ ਹੈ ਉਹਦੀ ਕਮੀ ਹੈ। ਸ਼ਾਇਦ ਉਹ ਵੀ ਸਾਡਾ ਇੰਨਾ ਕੁ ਹੈ। ਮਨ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਵ, ਸਹਿਜ ਨਾ ਲਾਗੋ ਭਾਵ। ਪ੍ਰਤੀਤ ਜਦ ਤੱਕ ਸਾਡੇ ਹਿਰਦੇ 'ਚ ਨਹੀਂ ਟਿਕਦੀ ਉਹਨਾਂ ਚਿਰ ਸਹਿਜ ਨਹੀਂ ਬਣਨਾ, ਤੇ ਜਿੰਨਾ ਚਿਰ ਸਹਿਜ ਨਾ ਬਣੇ ਸ਼ਬਦ ਕਲਾ ਨਹੀਂ ਵਰਤਦੀ। ਸ਼ਬਦ ਦੇ ਵਿੱਚ ਬਹੁਤ ਬੇਅੰਤ ਕਲਾ ਹੈ, ਔਰ ਇਹ ਤਾਂ ਹੀ ਵਰਤਦੀ ਜਦੋਂ ਸਹਿਜ ਹੁੰਦਾ ਹੈ। ਘਰ ਪਰਿਵਾਰ ਸੰਸਾਰ ਵਿੱਚ ਵੀ ਕਲਾ ਵਰਤਦੀ ਹੈ, ਪਰ ਇਹਦੇ ਅਲੱਗ-ਅਲੱਗ ਲੈਵਲ ਨੇ, ਅਲੱਗ-ਅਲੱਗ ਪੱਖ ਨੇ। ਅਸੀਂ ਕਈ ਵਾਰ ਆਪਣੀ ਗੱਲ ਕਿਸੇ ਨੂੰ ਕਹਿਣੀ ਕੀ ਨਾ, ਬਈ ਚੁੱਪ ਕਰਕੇ ਪਹਿਲਾਂ ਸੁਣ ਲਓ, ਸਹਿਜ ਨਾ ਸੁਣ ਲਓ, ਮੇਰੀ ਗੱਲ ਸਹਿਜ ਨਾ ਸੁਣੋ। ਤੇ ਜੇ ਸਾਹਮਣੇ ਵਾਲਾ ਸਹਿਜ ਨਾ ਸੁਣਦਾ ਟਿਕ ਕੇ, ਤੇ ਫਿਰ ਸਾਡੀ ਗੱਲ ਨੂੰ ਮੰਨਦਾ ਜਾਂ ਨਾ ਮੰਨਦਾ, ਕਮ ਸੇ ਕਮ ਆਪਣਾ ਵਿਚਾਰ ਦੇ ਸਕਦਾ ਵੀ ਹਾਂ ਭਾਈ ਤੇਰੀ ਗੱਲ ਮੰਨਣ ਯੋਗ ਹੈ ਜਾਂ ਮੈਂ ਨਹੀਂ ਮੰਨ ਸਕਦਾ। ਤੇ ਜੇ ਸਹਿਜ ਹੀ ਨਾ ਅਗਲੇ ਕੋ ਸੁਣੇ ਨਹੀਂ ਤੇ ਮੰਨੇਗਾ ਕੀ? ਇਸੇ ਤਰ੍ਹਾਂ ਆਪਾਂ ਕਰ ਸਕਦੇ ਹਾਂ। ਸਾਹਮਣੇ ਵਾਲਾ ਭਾਵੇਂ ਕੋਈ ਉਮਰ 'ਚ ਵੱਡਾ ਹੈ ਤੇ ਭਾਵੇਂ ਕੋਈ ਛੋਟਾ ਹੈ, ਅਗਰ ਉਹ ਕੋਈ ਵੀ ਗੱਲ ਸਾਨੂੰ ਪਰਿਵਾਰਕ ਸਮਾਜਿਕ ਕਹਿ ਰਿਹਾ ਹੈ ਤੇ ਅਸੀਂ ਸਹਿਜ ਨਾਲ ਸੁਣਦੇ ਹਾਂ ਤੇ ਉਸ ਨੂੰ ਸਮਝ ਸਕਦੇ ਹਾਂ। ਤੇ ਜਦੋਂ ਅਸੀਂ ਉਹਦੀ ਗੱਲ ਨੂੰ ਸਹਿਜੇ ਸੁਣਦੇ ਨਹੀਂ ਤੇ ਸਮਝਣਾ ਕਿੱਥੋਂ? ਪਰਿਵਾਰਾਂ ਦਾ ਬਹੁਤਾ ਕਲੇਸ਼ ਇਸੇ ਕਰਕੇ ਪੈ ਜਾਂਦਾ ਹੈ ਕਿ ਇੱਕ ਦੂਜੇ ਦੀ ਗੱਲ ਸਹਿਜ ਨਾਲ ਸੁਣਦੇ ਨਹੀਂ। ਅਗਲੇ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸੀਂ ਆਰਗੂਮੈਂਟ ਕਰਨ ਲੱਗ ਪੈਂਦੇ, ਜਵਾਬ ਦੇਣ ਲੱਗ ਪੈਂਦੇ ਹਾਂ, ਕਿਉਂਕਿ ਅਸਾਂ ਨੇ ਪ੍ਰੀ ਜਜਮੈਂਟ ਕੀਤੀ ਹੁੰਦੀ ਹੈ। ਉਹਦੇ ਬਾਬਤ, ਉਹਦੇ ਖਿਆਲਾਂ ਦੇ ਬਾਬਤ ਅਸਾਂ ਪਹਿਲਾਂ ਹੀ ਕੋਈ ਨਾ ਕੋਈ ਫੈਸਲਾ ਘੜਿਆ ਹੈ। ਉਹਦੇ ਮੂੰਹ ਗੱਲ ਸ਼ੁਰੂ ਹੋਈ ਕਿ ਅਸੀਂ ਜਵਾਬ ਦੇ ਦਿੱਤਾ। ਅਤੇ ਸਿਆਣੇ ਮਨੁੱਖ ਦੀ ਪਹਿਚਾਣ ਇਹ ਹੈ ਫਿਰ ਜਦੋਂ ਉਹਦੀ ਗੱਲ ਕੱਟ ਦਿੱਤੀ ਜਾਂਦੀ ਫਿਰ ਚੁੱਪ ਕਰ ਜਾਂਦਾ ਹੈ। ਅਤੇ ਨਾਦਾਨ ਮਨੁੱਖ ਦੀ, ਮੂਰਖ ਦੀ ਪਹਿਚਾਣ ਹੈ ਜਿੰਨਾ ਸਾਹਮਣੇ ਉਹਦੀ ਗੱਲ ਕੱਟੇਗਾ ਵੱਧ ਕੇ ਦਬਾਅ ਪਾ ਕੇ, ਪ੍ਰੈਸ਼ਰ ਪਾ ਕੇ ਬੋਲੇਗਾ, ਫਿਰ ਉੱਚਾ ਬੋਲੇਗਾ, ਰੌਲਾ ਪਾ ਕੇ ਬੋਲੇਗਾ, ਗਾਲੀ ਗਲੋਚ 'ਤੇ ਉਤਰ ਆਏਗਾ, ਮਾਰਪੀਟ 'ਤੇ ਚਲਾ ਜਾਏਗਾ। ਕਦੇ ਵੀ ਕਿਸੇ ਸਿਆਣੇ ਮਨੁੱਖ ਦੀ ਗੱਲ ਕਰ ਸੁਣ ਕੇ ਦੇਖਣਾ, ਅਗਰ ਉਹਦੀ ਕੱਟ ਦਿਓਗੇ ਤਾਂ ਉਹ ਦੁਬਾਰਾ ਗੱਲ ਨਹੀਂ ਕਰੇਗਾ, ਕਹਿਣਗੇ ਠੀਕ ਹੈ ਕੋਈ ਗੱਲ ਨਹੀਂ, ਤੁਹਾਡੀ ਖੁਸ਼ੀ। ਅਸੀਂ ਭਾਈ ਸਾਹਿਬ ਜੀ ਕੋਲ ਰਹਿੰਦੇ ਹਾਂ, ਕਈ ਵਾਰ ਇਹ ਗੱਲਾਂ ਦੇਖਣੀਆਂ, ਕਿਸੇ ਨੇ ਕੋਈ ਮਸਲਾ ਲੈ ਕੇ ਕਿਸੇ ਪਰਿਵਾਰ ਦਾ ਜਾਂ ਕੋਈ ਕਿਸੇ ਪ੍ਰਕਾਰ ਦਾ ਸਲਾਹ ਪੁੱਛਣ ਆਉਣਾ, ਪਹਿਲਾਂ ਬਹਿ ਜਾਣਾ, ਉਹਨਾਂ ਕੋਈ ਗੱਲ ਕਹਿਣੀ, ਅਤੇ ਜੇ ਉਹਨੇ ਅੱਧ 'ਚੋਂ ਕੱਟ ਦਿੱਤੀ ਨਾ, ਕਹਿਣਾ ਠੀਕ ਹੈ ਭਾਈ ਕੋਈ ਗੱਲ ਨਹੀਂ, ਜਿਵੇਂ ਤੁਹਾਡੀ ਖੁਸ਼ੀ ਕਰ ਲਓ। ਫਿਰ ਕਹਿੰਦੇ ਨੇ ਜਿਵੇਂ ਤੁਹਾਡੀ ਖੁਸ਼ੀ ਕਰ ਲਓ ਭਾਈ। ਅਤੇ ਜਿਸਨੇ ਸਹਿਜ ਨਾਲ ਸੁਣ ਲੈਣੀ
ਉਹਨੂੰ ਜਿੰਨੀ ਕੁ ਸਮਝ ਆਣੀ ਬਾਅਦ 'ਚ ਉਹਨੇ ਪੁੱਛ ਲਈ ਭਾਈ ਇੱਦਾਂ ਗੱਲ ਸਮਝ ਆਈ ਨਹੀਂ ਆਈ, ਹੁਣ ਤੇ ਮਸਲੇ ਹੱਲ ਹੋ ਜਾਣੇ। ਔਰ ਇਹ ਸਦੀਵੀ ਹੈ, ਸਦਾ ਕਾਲ ਵਾਸਤੇ ਹੈ। ਅਸੀਂ ਸਹਿਜ ਨਾ ਸੁਣ ਲਈਏ ਤਾਂ ਉਸ ਸ਼ਬਦ ਦੇ ਵਿੱਚ, ਉਸ ਬੋਲ ਵਿੱਚ ਜੋ ਤਾਕਤ ਹੈ, ਜੋ ਗਿਆਨ ਹੈ, ਜੋ ਵਿਚਾਰ ਹੈ, ਉਹਦੀ ਪ੍ਰਾਪਤੀ ਸਾਨੂੰ ਹੁੰਦੀ ਹੈ। ਗੁਰਦੇਵ ਕਿਰਪਾ ਕਰਨ, ਉਸ ਤੋਂ ਪਹਿਲਾਂ ਸਾਨੂੰ ਉਸ ਬੋਲਣ ਵਾਲੇ 'ਤੇ, ਜੋ ਸ਼ਬਦ ਦੇ ਰਿਹਾ ਉਹ 'ਤੇ ਵਿਸ਼ਵਾਸ ਆ ਜਾਏ, ਪ੍ਰਤੀਤ ਆ ਜਾਏ। ਅਤੇ ਅੱਜ ਚੂੰਕਿ ਅਸੀਂ ਇੱਥੇ ਬੈਠਦੇ ਹਾਂ ਅਤੇ ਇੱਥੇ ਅਸੀਂ ਕਿਹੜਾ ਬੋਲਣ ਵਾਲਾ, ਸਾਡਾ ਮੈਂ ਤੁਸੀਂ ਨਹੀਂ ਹਾਂ। ਵਿਅਕਤੀਗਤ ਸਾਨੂੰ ਲੱਗਦਾ ਵੀ ਇੱਕ ਅਸੀਂ ਮੈਂ ਬੋਲਦਾ ਅਤੇ ਤੁਸੀਂ ਸੁਣਦੇ, ਕਦੇ ਤੁਸੀਂ ਬੋਲਦੇ ਅਤੇ ਮੈਂ ਸੁਣਦਾ, ਨਹੀਂ। ਇੱਥੇ ਬੈਠ ਕੇ ਭਾਵੇਂ ਕੋਈ ਬੱਚਾ ਬੋਲਦਾ ਹੈ, ਬੱਚਾ ਪੜ੍ਹਦਾ ਹੈ, ਅਸਾਂ ਸੁਣਨਾ ਗੁਰੂ ਨਾਨਕ ਨੂੰ ਹੈ। ਅਸਾਂ ਸ਼ਬਦ ਨੂੰ ਸੁਣਨਾ ਹੈ, ਗੁਰੂ ਨੂੰ ਸੁਣਨਾ ਹੈ। ਆਮ ਤੌਰ 'ਤੇ ਸਮਾਜਿਕ ਜਿੱਥੇ ਕਥਾ ਵਿਆਖਿਆਨ ਲੈਕਚਰ ਹੁੰਦੇ ਸੀ, ਕਹਿੰਦੇ ਸੀ ਫਲਾਣੇ ਨੂੰ ਸੁਣਨ ਗਏ। ਸੁਭਾਵਿਕਤਾ ਅਸੀਂ ਆਪਾਂ ਇੱਕ ਦੂਜੇ ਨੂੰ ਕਹਿੰਦੇ ਜੀ ਹਾਂ, ਅਜੇ ਵੀ ਅਸੀਂ ਮਸਕੀਨ ਸਾਹਿਬ ਨੂੰ ਸੁਣਦੇ ਹਾਂ ਜੀ, ਭਾਈ ਸਾਹਿਬ ਨੂੰ ਸੁਣਦੇ ਹਾਂ ਜੀ। ਨਹੀਂ, ਇਹਨਾਂ ਨੂੰ ਤਾਂ ਸੁਣੀਏ, ਪਰ ਸਾਨੂੰ ਕਿਤੇ ਪਤਾ ਲੱਗੇ ਵੀ ਅਸੀਂ ਗੁਰੂ ਨੂੰ ਸੁਣੀਏ। ਜਦੋਂ ਅਸੀਂ ਗੁਰੂ ਨੂੰ ਸੁਣਨ ਲੱਗ ਪਵਾਂਗੇ ਤਾਂ ਗੱਲ ਬਦਲ ਜਾਏਗੀ। ਸ਼ਬਦ ਤਾਂ 35 ਉਹ ਹੀ ਨਹੀਂ ਨਾ, ਉਹ ਨਹੀਂ ਬਦਲਨੇ। ਉਹਨਾਂ 35 ਅੱਖਰਾਂ ਦੇ ਵਿੱਚ ਹੀ 5-6 ਹੋਰ ਸ਼ਬਦ ਮਾਤਰਾ ਜੋੜ ਕੇ 41 ਤੋਂ ਵੱਧ ਕੁਛ ਵੀ ਨਹੀਂ ਹੈ। ਪਰ ਜਦੋਂ ਅਸੀਂ ਗੁਰੂ ਨੂੰ ਸੁਣਨ ਲੱਗ ਪੈਂਦੇ ਹਾਂ ਤਾਂ ਉਹਦੇ 'ਚ ਬਹੁਤ ਕੁਛ ਹੈ। ਔਰ ਇਹੀ ਗੱਲ ਸਾਨੂੰ ਹੌਲੀ ਹੌਲੀ ਸਮਝਾਈ ਜਾ ਰਹੀ ਹੈ। ਸਾਡਾ ਵਿਸ਼ਵਾਸ ਟਿਕ ਰਿਹਾ। ਇੱਕ ਪਾਵਨ ਵਚਨ ਸਾਨੂੰ ਅੱਜ ਤੀਸਰਾ ਦਿਨ ਹੈ ਇਸੇ ਪਾਵਨ ਵਚਨ ਦੀ ਵਿਚਾਰ ਵਿੱਚ। ਸਾਡੇ ਵਾਸਤੇ, ਸਾਡੇ ਸੰਸਾਰਕ ਸੰਬੰਧਾਂ ਦੇ ਵਿੱਚੋਂ ਸਾਡੇ ਪ੍ਰਤੀ ਕੁਝ ਇੱਛਾਵਾਂ ਨੇ, ਉਹਨਾਂ ਦੀ ਡਿਮਾਂਡਸ ਨੇ ਸਾਡੇ ਪਰਿਵਾਰ ਦੀਆਂ। ਮਾਤਾ ਪਿਤਾ ਚੰਗੀ ਸੰਤਾਨ ਲੋੜਦੇ ਨੇ, ਬੱਚੇ ਚੰਗੇ ਮਾਪੇ ਲੋੜਦੇ ਨੇ, ਭੈਣ ਭਰਾ ਚੰਗੇ ਭੈਣ ਭਰਾ ਲੋੜਦੇ ਨੇ। ਇਹ ਤਿੰਨ ਰਿਸ਼ਤੇ ਸਾਡੇ ਬਰਾਬਰ 'ਤੇ ਹਰ ਇੱਕ ਜੀਅ ਨਾਲ ਚੱਲਦੇ ਨੇ। ਸਾਡੇ ਤੋਂ ਕੋਈ ਵੱਡੇ ਨੇ, ਜੋ ਵੱਡੀ ਪੀੜ੍ਹੀ ਸਾਡੇ ਤੋਂ, ਫਿਰ ਸਾਡੇ ਦੀ ਸੰਤਾਨ ਸਾਡੇ ਤੋਂ ਛੋਟੀ ਪੀੜ੍ਹੀ ਹੈ। ਇੱਕ ਅਸੀਂ ਹਾਂ ਜੋ ਬਰਾਬਰ ਦੇ ਹਾਂ, ਭੈਣ ਭਰਾ ਪਤੀ ਪਤਨੀ, ਜੋ ਅਸੀਂ ਬਰਾਬਰ ਦੀ ਲੈਵਲ 'ਤੇ ਹੁੰਦੇ ਹਾਂ। ਆਮ ਤੌਰ 'ਤੇ ਤਿੰਨ ਹੀ ਲੇਅਰਸ ਹੁੰਦੇ ਨੇ, ਵੱਡੇ, ਬਰਾਬਰ ਦੇ ਅਤੇ ਛੋਟੇ। ਸਾਡੇ ਤੋਂ ਵੱਡੇ ਸਾਡੇ 'ਚੋਂ ਚੰਗੀ ਸੰਤਾਨ ਲੱਭਦੇ ਨੇ। ਮਾਏ ਬਾਪ ਕੋ ਬੇਟਾ ਨੀਕਾ, ਸਸੁਰ ਚਤਰ ਜਵਾਈ। ਇਹ ਮਾਏ ਬਾਪ, ਮਾਤਾ ਪਿਤਾ, ਸਹੁਰਾ ਸੱਸ ਇਹ ਵੱਡੇ ਨੇ। ਇਹ ਆਪਣੇ ਬੱਚਿਆਂ ਨੂੰ, ਆਪਣੇ ਧੀ ਜਵਾਈ ਨੂੰ, ਆਪਣੇ ਨੂੰਹ ਪੁੱਤਰ ਨੂੰ ਚੰਗਾ ਲੱਭਦੇ ਨੇ। ਇਹ ਕੋਈ ਨਹੀਂ ਕਹਿੰਦਾ ਕਿ ਮੇਰੇ ਪਰਿਵਾਰ 'ਚ ਜੋ ਧੀ ਪੁੱਤਰ ਹੈ ਉਹ ਬੁੱਧੂ ਹੋਵੇ, ਨਹੀਂ, ਉਹ ਚਤੁਰ ਹੋਵੇ, ਸਿਆਣਾ ਹੋਵੇ, ਨੀਕਾ ਹੋਵੇ। ਇਸੇ ਤਰ੍ਹਾਂ ਬਾਲ ਜਿਹੜੇ ਨੇ ਉਹ ਚੰਗੇ ਕਹਿੰਦੇ ਨੇ ਕਿ ਸਾਨੂੰ ਤਾਂ ਚੰਗਾ ਮਾਤਾ ਪਿਤਾ ਚਾਹੀਦਾ। ਉਹਨੂੰ ਸਿਆਣਾਪਨ ਮਤਲਬ ਨਹੀਂ ਹੁੰਦਾ, ਪਿਆਰਾ ਲੱਗਦਾ ਹੈ, ਇਸ ਕਰਕੇ ਉਹ ਤੋਂ ਪਿਆਰ ਤਲਾਸ਼ਦਾ ਹੈ। ਹਰ ਬੱਚਾ ਆਪਣੇ ਮਾਤਾ ਪਿਤਾ ਤੋਂ ਪਿਆਰ ਦੀ ਤਲਾਸ਼ ਕਰਦਾ ਹੈ, ਭੁੱਖ ਰੱਖਦਾ ਹੈ। ਅਤੇ ਭਾਈ ਜਿਹੜੇ ਹੁੰਦੇ ਨੇ, ਭੈਣ ਭਰਾ ਜਿਹੜੇ ਨੇ, ਉਹ ਚੰਗਾ ਭੈਣ ਭਰਾ, ਚੰਗਾ ਵਰਤੋਂ ਵਰਤਾ ਲੱਭਦੇ ਨੇ। ਹੁਣ ਇਹ ਸਾਂ 'ਤੇ ਸਾਡੇ 'ਤੇ ਡਿਮਾਂਡਸ ਨੇ, ਅਸਾਂ ਪੂਰੀਆਂ ਕਰਨੀਆਂ ਨੇ ਪਰਿਵਾਰਿਕ। ਇਸ ਪਰਿਵਾਰਿਕ ਡਿਮਾਂਡਸ ਨੂੰ ਪੂਰੀਆਂ ਕਰਦਿਆਂ ਕਰਦਿਆਂ ਸਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਇਹ ਤਾਂ ਪੂਰਾ ਹੋਣਾ ਜਦੋਂ ਅਸੀਂ ਨਾਮ ਦੇ ਨਾਲ ਜੁੜਾਂਗੇ, ਪਵਿੱਤਰਤਾ ਹੋਏਗੀ, ਪਵਿੱਤਰ ਸੋਲ ਸਾਡੀ ਹੋਏਗੀ। ਅਤੇ ਉਹ ਤਾਂ ਹੀ ਹੋਣੀ ਜੇ ਨਾਮ ਦਾਨ ਇਸ਼ਨਾਨ ਹੋਏਗਾ। ਇਹ ਤਿੰਨ ਨੁਕਤੇ ਗੁਰਮਤਿ ਵਿੱਚ ਆਮ ਕਹੇ ਜਾਂਦੇ, ਨਾਮ ਦਾਨ ਇਸ਼ਨਾਨ। ਵਡੇਰਿਆਂ ਨੇ ਅਜੇ ਤੱਕ ਇਹਨਾਂ ਗੱਲਾਂ ਦਾ ਬਹੁਤ ਜ਼ਿਕਰ ਕੀਤਾ, ਨਾਮ ਦਾਨ ਇਸ਼ਨਾਨ, ਨਾਮ ਦਾਨ ਇਸ਼ਨਾਨ। ਭਾਈ ਪਰਮਾਤਮਾ, ਨਾਮ ਕੀ? ਪਰਮਾਤਮਾ ਦੀ ਪਾਵਨ ਤਾਕਤ। ਦਾਨ ਹੈ ਉਸ ਤਾਕਤ ਨੂੰ ਦੇ ਕੇ, ਪ੍ਰਾਪਤ ਕਰਕੇ, ਹੱਥੋਂ ਦੇ ਕੇ ਭਲਾ ਮਨਾਵੇ। ਅਤੇ ਇਸ਼ਨਾਨ ਹੈ ਪਵਿੱਤਰਤਾ। ਸਰੀਰਕ ਪਵਿੱਤਰਤਾ ਦੀ ਅਸੀਂ ਬਹੁਤ ਗੱਲ ਕੀਤੀ, ਪਰ ਗੁਰੂ ਨਾਨਕ ਸਾਹਿਬ ਜੀ ਮਾਨਸਿਕ ਪਵਿੱਤਰਤਾ ਦੀ ਗੱਲ ਕਰਦੇ ਨੇ, ਹਿਰਦੇ ਦੀ ਪਵਿੱਤਰਤਾ ਦੀ ਗੱਲ ਕਰਦੇ ਨੇ, ਆਤਮਿਕ ਪਵਿੱਤਰਤਾ ਦੀ ਗੱਲ ਕਰਦੇ ਨੇ। ਅਸੀਂ ਇਹ ਇਸ਼ਨਾਨ ਕਰਨਾ ਹੈ ਔਰ ਇਹ ਸਭ ਕੁਝ ਗੁਰੂ ਦੀ ਕਿਰਪਾ ਨਾਲ ਹੈ। ਪਰ ਸਾਡੀ ਹਾਲਤ ਦਾ ਦਰਸ਼ਨ ਸੰਪਰਕ ਕੱਲ੍ਹ ਪੜ੍ਹੇ ਸੀ ਵੀ ਅਸੀਂ ਜੀ, ਸਾਡੇ 'ਚ ਬਹੁ ਗਿਣਤੀ ਜਗਤ ਦੀ ਝੂਠੀ ਪ੍ਰੀਤ ਨਾਲ ਜੁੜੀ ਹੋਈ ਹੈ। ਅਤੇ ਸਾਡੇ ਬਹੁਤਿਆਂ ਦਾ ਜੋ ਸੁਰਤ ਕਲਾ ਹੈ ਨਾ, ਸੁਰਤ ਸੰਬੰਧ ਹੈ, ਉਹ ਗੰਧਨ ਵੈਣ ਦੇ ਨਾਲ ਜੁੜਿਆ। ਅੱਜ ਵੀ ਆਪਾਂ ਕਿਤੇ ਆਪਣੇ ਆਲੇ ਦੁਆਲੇ ਨੂੰ ਅਤੇ ਆਪਣੇ ਆਪ ਨੂੰ ਕਿਤੇ ਪਰਖਣਾ ਹੋਵੇ, ਸਥਿਰਤਾ ਨਾਲ ਆਪਣੀ ਪਰਖ ਕਰਨੀ ਹੋਵੇ, ਅਤੇ ਸਾਡੇ ਆਲੇ ਦੁਆਲੇ ਇੱਕ ਪਾਸੇ ਕੀਰਤਨ ਹੋ ਰਿਹਾ ਹੋਵੇ, ਇੱਕ ਪਾਸੇ ਦੁਨੀਆ ਦੇ ਨਾਚ ਗਾਣੇ ਬੋਲ ਟੱਪੇ ਹੋ ਰਹੇ ਹੋਣ, ਸਾਡਾ ਧਿਆਨ ਕਿਸ ਪਾਸੇ ਬਹੁਤਾ ਜਾਂਦਾ ਹੈ?
ਅਸੀਂ ਕਿਸ ਨੂੰ ਬਹੁਤਾ ਸੁਣਦੇ ਹਾਂ। ਕਿਤੇ ਕੋਈ ਬੈਠ ਕੇ ਪਾਠ ਕਰ ਰਿਹਾ ਅਤੇ ਕਿਤੇ ਕੋਈ ਬੈਠ ਕੇ ਦੁਨੀਆ ਦੀ ਨਿੰਦਾ ਚੁਗਲੀ ਕਰਦਾ ਹੈ। ਕੀ ਐਸਾ ਹੁੰਦਾ ਹੈ ਕਿ ਸਾਡਾ ਪਾਠ ਕਰਦਿਆਂ ਵੀ ਧਿਆਨ ਉਸ ਨਿੰਦਾ ਚੁਗਲੀ ਦੇ ਬੋਲਾਂ 'ਚ ਜਾਂਦਾ ਹੈ? ਐਸਾ ਵੀ ਹੋ ਸਕਦਾ ਹੈ ਕਿ ਉੱਥੇ ਬੈਠੇ ਜਿੱਥੇ ਲੋਕ ਨਿੰਦਾ ਚੁਗਲੀ ਕਰਦੇ ਨੇ, ਸਾਡੇ ਅੰਦਰ ਗੁਰੂ ਕੀ ਬਾਣੀ ਦੇ ਤੁਕ ਚੱਲਣ ਲੱਗ ਪਏ, ਸਾਡਾ ਧਿਆਨ ਉਸ ਪਾਸੇ ਚਲੇ ਜਾਏ। ਇਹ ਧਿਆਨ ਪਲਟਦਾ ਅਤੇ ਬਦਲਦਾ ਰਹਿੰਦਾ। ਕਿਹੜਾ ਜ਼ਿਆਦਾ ਹੈ ਉਹ ਅਸੀਂ ਆਪਣੇ ਆਪ ਨੂੰ ਸਮਝਣਾ ਹੈ। ਅਤੇ ਅਸਾਂ ਨੇ ਇਹਦੇ ਵਿੱਚੋਂ ਕਿਸ ਨੂੰ ਚਾਹੀਦਾ ਹੈ? ਚਾਹਣਾ ਸਾਨੂੰ ਕੀ ਹੈ? ਸਾਨੂੰ ਇਹਨਾਂ ਪਤਾ ਵੀ ਸਾਨੂੰ ਸ਼ਬਦ ਵਾਲੇ ਪਾਸੇ ਝੁਕਣਾ ਅਤੇ ਇਸ ਪਾਸੇ ਆਪਣੇ ਮਨ ਦੇ ਨਾਲ ਥੋੜ੍ਹਾ ਬਹੁਤਾ ਜ਼ੋਰ ਲਾਉਣਾ ਪੈਣਾ, ਪ੍ਰੈਸ਼ਰ ਦੇਣਾ ਪੈਣਾ, ਮਨ ਨੂੰ ਟਿਕਾਉਣਾ ਪੈਣਾ। ਇਸਾਂ ਕਰਨਾ ਹੈ। ਮਹਾਰਾਜ ਅੱਜ ਅਗਲੀ ਗੱਲ ਕਰ, ਜਿਸ ਵਿਅਕਤੀ ਨੇ ਰੰਗ ਨਾ ਰਾਤਾ ਰਸ ਨਹੀਂ ਵੇਧਿਆ ਮਨਮੁਖ ਪਤ ਗਵਾਈ ਇਕਾਲਾ ਪਰੁਕੇ ਸਾਥੇ। ਮਨਮੁਖ ਵਿਅਕਤੀ ਦੀ ਪਹਿਚਾਣ ਕੀ ਹੈ? ਕੱਪੜੇ ਲਿਬਾਸ ਬੋਲਬਾਲ ਵੀ ਨਹੀਂ। ਮਨਮੁਖ ਦੀ ਪਹਿਚਾਣ ਹੈ ਕਿ ਪ੍ਰਭੂ ਦੇ ਪ੍ਰੇਮ ਦੇ ਰੰਗ ਵਿੱਚ ਨਹੀਂ ਰੰਗਿਆ ਗਿਆ। ਉਹ ਸੰਸਾਰੀ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਮਾਇਆ ਮੋਹ ਦਾ ਰੰਗ ਤੇ ਬਹੁਤ ਚੜਿਆ ਹੈ। ਇਹ ਤਨ ਮਾਇਆ ਪਾਹਿਆ ਪਿਆਰੇ ਤੇ ਬਹੁਤ ਹੋਇਆ ਹੈ। ਪਰ ਇਹ ਮਾਇਆ ਦੇ ਪਾਹਿਆ ਪਿਆਰਾ ਜਿਹੜਾ ਰੰਗ ਹੈ ਨਾ, ਇਹ ਪ੍ਰਭੂ ਦੇ ਦਰ 'ਤੇ ਪ੍ਰਵਾਨਗੀ ਨਹੀਂ ਪ੍ਰਾਪਤ ਕਰਦਾ। ਅਸੀਂ ਇੱਕ ਦੂਜੇ ਨੂੰ ਚੰਗਾ ਕਹਿ ਦਿੰਦੇ ਹਾਂ, ਪਰ ਸੱਚ ਇਹ ਹੈ ਕਿ ਪ੍ਰਭੂ ਦੇ ਦਰ 'ਤੇ ਪ੍ਰਵਾਨਗੀ ਨਹੀਂ ਹੈ। ਮੇਰਾ ਕੰਤ ਨਾ ਭਾਵੈ ਝੋਲੜਾ, ਇਹ ਸਾਡਾ ਮਾਇਆ ਮੋਹ ਵਾਲਾ ਝੋਲੜਾ ਸੰਸਾਰ ਨੂੰ ਚੰਗਾ ਲੱਗਦਾ ਹੈ, ਪਰ ਨਿਰੰਕਾਰ ਨੂੰ ਚੰਗਾ ਨਹੀਂ ਲੱਗਦਾ। ਅਤੇ ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸੰਸਾਰ ਸਾਡੇ ਨਾਲ ਹੈ, ਅਸੀਂ ਸੰਸਾਰ ਦੇ ਵਿੱਚ ਹਾਂ, ਪਰ ਸੰਸਾਰ ਸਦੀਵ ਕਾਲ ਵਾਸਤੇ ਸਾਡੇ ਨਾਲ ਨਹੀਂ ਹੰਡੇਗਾ। ਇਹ ਸਭ ਬਹੁਤ ਚੰਗਾ ਹੋਣ ਦੇ ਬਾਵਜੂਦ ਵੀ ਇਹਨਾਂ ਦੀਆਂ ਸੀਮਾਵਾਂ ਨੇ, ਸਭ ਦੀਆਂ ਹੱਦਾਂ ਨੇ। ਇਹ ਹੱਦ ਤੋਂ ਅੱਗੇ ਨਹੀਂ ਜਾ ਸਕਦੇ। ਭੈਣ ਭਰਾ ਧੀਆਂ ਪੁੱਤਰ ਬਹੁਤ ਚੰਗੇ ਵੀ ਹੋਵਣ, ਕਿੰਨਾ ਕੁ ਸਾਥ ਦੇਣਗੇ? ਇੱਕ ਹੱਦ ਹੈ ਨਾ, ਇੱਕ ਹੱਦ 'ਤੇ ਜਾ ਕੇ ਸਾਰੇ ਕਹਿਣ ਲੱਗ ਪੈਂਦੇ ਬਸ ਭਾਈ। ਪਰਿਵਾਰਕ ਅਤੇ ਸਮਾਜਿਕ ਗੱਲਾਂ ਦੇ ਵਿੱਚ ਵੀ ਹੱਦ ਹੁੰਦੀ ਹੈ। ਭੈਣ ਭਰਾ ਕਹਿੰਦੇ ਨੇ ਭਾਈ ਬਸ ਹੱਦ ਹੋ ਗਈ, ਬਹੁਤ ਹੋ ਗਈ। ਬਾਬਾ ਕਬੀਰ ਸਰ ਬੜਾ ਪਿਆਰਾ ਬੱਚਾ ਨੇ, ਬਹੁਤ ਚੰਗੇ ਹੁਣ ਸਾਡੀਆਂ ਸਾਰੀਆਂ ਗਲਤੀਆਂ ਮਾਫ ਵੀ ਕਰ ਦੇਣ। ਅਸੀਂ ਜਿੰਨੀਆਂ ਵੀ ਗਲਤੀਆਂ ਕੀਤੀਆਂ ਭੈਣ ਭਰਾ, ਸਾਡੇ ਧੀਆਂ ਪੁੱਤਰ ਸਾਡੀਆਂ ਸਾਰੀਆਂ ਗਲਤੀਆਂ ਮਾਫ ਕਰ ਦੇਣ, ਹਰ ਵੇਲੇ ਸਾਡਾ ਸਾਥ ਦੇਣ, ਤਦ ਵੀ ਕਿੱਥੋਂ ਤੱਕ ਜਾਣਗੇ? ਮਰ ਘਟ ਲਓ ਸਭ ਲੋਕ ਕੁਟੁੰਬ ਮਿਲ। ਬਸ ਵਿਚਾਰੇ ਰੋਂਦੇ ਪਿੱਟਦੇ ਸ਼ਮਸ਼ਾਨ ਵਿੱਚ ਚੁੱਕ ਕੇ ਲੈ ਜਾਣਗੇ। ਇਹ ਤੋਂ ਅੱਗੇ ਤੇ ਨਹੀਂ ਜਾ ਸਕਦੇ। ਉਹਨਾਂ ਦੀ ਹੱਦ ਮੁੱਕ ਗਈ। ਅੱਗੇ ਤੇ ਹੱਥ ਖੜੇ ਉਹਨਾਂ ਦੇ। ਬਹੁਤ ਚੰਗੇ ਨੇ, ਬਹੁਤ ਵਿਲਕਦੇ ਨੇ, ਬਹੁਤ ਪ੍ਰੇਮ ਕਰਦੇ ਨੇ, ਪਰ ਇਹ ਤੋਂ ਅੱਗੇ ਉਹ ਚਾਹ ਕੇ ਵੀ ਸਾਡੇ ਨਾਲ ਨਹੀਂ ਜਾ ਸਕਦੇ। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਇਹ ਤੋਂ ਅੱਗੇ ਸਾਡੇ ਨਾਲ ਕੌਣ ਜਾਏਗਾ? ਅਤੇ ਭਾਈ ਉਹ ਹੈ ਗੁਰੂ ਕਰਤਾ, ਉਹਦੀ ਆਸੀਸ, ਸ਼ੁਭ ਕਰਮ, ਉਹ ਹੈ ਨਾਮ, ਉਹ ਨਾਮ ਜਾਏਗਾ। ਮਨਮੁਖ ਦੀ ਪਹਿਚਾਣ ਇਹ ਹੈ ਕਿ ਉਹ ਸੰਸਾਰ ਵਿੱਚ ਰਹਿੰਦਾ, ਸੰਸਾਰ ਦੇ ਰੰਗ 'ਚ ਰੰਗਿਆ ਜਾਂਦਾ ਹੈ। ਰੰਗ ਨਾ ਰਾਤਾ ਰਸ ਨਹੀਂ ਵੇਧਿਆ, ਪ੍ਰਭੂ ਦੇ ਪ੍ਰੇਮ ਰਸ ਵਿੱਚ ਵਿੰਨਿਆ ਨਹੀਂ ਗਿਆ, ਅਤੇ ਨਤੀਜਨ ਮਨਮੁਖ ਹੋ ਗਿਆ, ਅਤੇ ਮਨਮੁਖ ਪਤ ਗਵਾਈ, ਇੱਜ਼ਤ ਮਿਟ ਜਾਂਦੀ ਹੈ। ਸੰਸਾਰ 'ਚ ਮਾੜੀ ਮੋਟੀ ਹੁੰਦੀ ਹੋਏਗੀ, ਪਰ ਚੂੰਕਿ ਆਪਾਂ ਤਾਂ ਜਿਹੜੀ ਗੱਲ ਕਰਦੇ ਹੋ ਹੋਰ ਅਗਲੀ ਵੀ ਹੈ। ਪ੍ਰਭੂ ਦੇ ਦਰ 'ਤੇ ਉਹਦੀ ਕੋਈ ਇੱਜ਼ਤ ਨਹੀਂ ਹੁੰਦੀ। ਪ੍ਰਭੂ ਦੇ ਦਰ 'ਤੇ ਇੱਜ਼ਤ ਕਿੱਦਾਂ ਹੋਵੇ? ਇਹ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਇਹਦੀ ਇੱਜ਼ਤ ਗਈ ਹੈ? ਸੋਚਣਾ ਪਏਗਾ ਨਾ। ਅੱਜ ਮਹਾਰਾਜ ਉਹਨਾਂ ਦੀ ਹਲਕੀ ਹਲਕੀ ਵਿਆਖਿਆ ਕਰਦੇ ਨੇ। ਸਾਧ ਸਭਾ ਮੈਂ ਸਹਿਜ ਨਾ ਚਾਖਿਆ, ਜਿਨ੍ਹਾਂ ਬੰਦਿਆਂ ਨੇ ਸਤਸੰਗਤ ਵਿੱਚ ਆ ਕੇ ਸਹਿਜ ਦਾ ਰਸ ਨਹੀਂ ਚੱਖਿਆ। ਇੱਥੇ ਆਪਾਂ ਬੈਠਦੇ ਹਾਂ, ਕੀਰਤਨ ਕਰਦੇ ਨੇ, ਕੀਰਤਨ ਸੁਣਦੇ ਹਾਂ, ਸ਼ਬਦ ਪੜ੍ਹਦੇ ਹਾਂ, ਸ਼ਬਦ ਸੁਣਦੇ ਹਾਂ, ਪਰ ਸਭ ਨੂੰ ਸਾਨੂੰ ਅੱਗੇ ਪਤਾ ਹੋਵੇ ਕਿ ਸ਼ਬਦ ਕਲਾ ਤਦੋਂ ਵਰਤਦੀ ਹੈ, ਸਾਡੇ ਹਿਰਦਿਆਂ 'ਤੇ ਪ੍ਰਭਾਵ ਪੈਂਦਾ ਹੈ ਜਦੋਂ ਸਾਡੇ ਪੱਲੇ ਸਹਿਜ ਹੁੰਦਾ ਹੈ। ਗਾਉਣ ਵਾਲੇ ਨੂੰ ਵੀ ਸ਼ਬਦ ਕਲਾ ਉਦੋਂ ਅਸਰ ਕਰਦੀ ਹੈ ਜਦੋਂ ਗਾਉਣ ਵਾਲਾ ਅਤੇ ਬੋਲਣ ਵਾਲਾ ਸਹਿਜ ਵਿੱਚ ਬੋਲਦਾ ਹੈ, ਸਹਿਜ ਵਿੱਚ ਟਿਕ ਕੇ ਗਾਉਂਦਾ ਹੈ, ਤਾਂ ਉਹਦੇ 'ਤੇ ਅਸਰ ਹੁੰਦਾ ਹੈ। ਸੁਣਨ ਵਾਲਾ ਵੀ ਜੇ ਸਹਿਜ ਵਿੱਚ ਸੁਣੇ, ਸਹਿਜ ਵਿੱਚ ਪੜ੍ਹੇ, ਅਤੇ ਤਦ ਅਸਰ ਹੁੰਦਾ ਹੈ। ਇਹ ਤਿੰਨ ਕਰਮ ਅਸੀਂ ਕਰਦੇ ਹਾਂ। ਅਸੀਂ ਨਿੱਜ ਵਾਸਤੇ ਪੜ੍ਹਦੇ ਹਾਂ, ਦੂਜੇ ਨੂੰ ਸੁਣਾਉਂਦੇ ਹਾਂ ਅਤੇ ਸੁਣਦੇ ਹਾਂ। ਇਹ ਤਿੰਨ ਕਰਮ ਅਸੀਂ ਕਰਦੇ ਨਾ। ਆਪਾਂ ਕਦੇ ਬੈਠ ਕੇ ਨਿੱਜ ਵਾਸਤੇ ਪਾਠ ਕਰ ਰਹੇ ਹੁੰਦੇ ਹਾਂ, ਕਦੇ ਅਸੀਂ ਦੂਜਿਆਂ ਨੂੰ ਸੁਣਾ ਰਹੇ, ਜਿਵੇਂ ਮੈਨੂੰ ਵਕਤ ਮਿਲਿਆ ਮੈਂ ਆਪ ਨੂੰ ਸੁਣਾ ਰਿਹਾ।
तो आप ਨੂੰ वक्त मिले सुने हो, आप ज़्यादा मेथों पढ़े लिखे विद्वान हो, पर फिर भी आपका वक्त सुनन दा। पर जे साडे अंदर सहज होएगा तो पढ़िया तो सुनिया तो बोले दा साडे ते असर होएगा। तो जे साडे पल्ले सहज नहीं है तो पढ़िया तो सुनिया तो बोलिया हवा दे विच चले हुए तीरां वांग कोई मायने नहीं रखेगा। मुख का कहया वाव हो जाएगा। मूँह गल निकली तो न आवाज़ पैदा हुई, प्रगट हुई, कुछ समय लिए तरंग जी बनी, बस खत्म। साडे बहु गिणती क्योंकि सहज विच नहीं इसे करके उम्र भर सुनता रहिंदा है, उम्र भर बोलता रहिंदा है, नतीजा पल्ले कुछ भी नहीं हुंदा। असीं अपने आप नूं आले दुआले देखदे आ, सानूं बहुत सारे लोग मिलने ने जिन्हां उम्र भर बोले है, जिन्हां उम्र भर सुनिया, पर अल्टीमेट देखी पल्ले कुछ है कि सहज है नहीं। वही ईरखा, वही चिगली, वही निंदा, वही क्रोध जो 50 साल पहला सी हुण भी वही है। बस फर्क इतना है, उदों किस ते गल पै जांदा सी, हुण गल पैण दी ताकत ते नहीं है, पर हुण छिथा पै जांदा है। पैंदा ते हुण भी है, पर उदों किस दा गिरेबान पकड़ लैंदा सी, हुण गिरेबान ते नहीं पकड़ सकदा, पर हुण छिथा पै जांदा है। ते खिजखिजाहट उत्थे ही है, हुण खिजदा है। ਇਹਦਾ मतलब सुनिया बहुत है, पढ़िया बहुत है, बोलिया बहुत है, पर पल्ले कुछ नहीं है। तो जिसते पल्ले कुछ पएगा वो हौली हौली खड़कना बंद हो जाएगा, हौली हौली सहज नूं गंभीरता नूं प्राप्त करेगा। इसे करके कहते ने सहज की कथ कथा है निरारी। भाई सहज एक ते कथा ही वखरी है, ये बराबर कुछ भी कोई ज्ञान जो सहज बराबर नहीं है। तुल नहीं चढ़े जाए ना मुकाती, हल्की लगे ना भारी। मनमुख की पत इस करके गवाचदी कि उस सत्संगत में आके सहज नूं प्राप्त नहीं कर पाया, सहज ना चाखिया, उसने सहज का स्वाद ही नहीं चखिया भी सहज विच आनंद किने। इसे करके उस सहज के बारे न जानता है न समझता है। सहज ना चाखिया, नतीजा जिहबा रस नहीं राई। ते जिस मनुख दे हिरदे विच सहज नहीं है, ਉਹਦੇ ਜਿਹਬਾ ਨੇ ਰਸ ਨਹੀਂ ਮਾਣਿਆ, ਉਹਦੇ ਜੇਬਾਂ ਵਿੱਚ ਰਸ ਨਹੀਂ ਹੈ, ਉਹਦੇ ਬੋਲ ਕਬੋਲ ਹੋ ਜਾਂਦੇ ਨੇ, ਉਹਦੇ ਬੋਲਾਂ 'ਚ ਕੁਰਖਤਪਨ ਹੋ ਜਾਂਦਾ ਹੈ, ਉਹਦੇ ਬੋਲਾਂ 'ਚ ਫਿੱਕਾਪਨ ਹੋ ਜਾਂਦਾ ਹੈ, ਉਹਦੇ ਬੋਲਾਂ 'ਚ ਈਰਖਾ ਨਿੰਦਾ ਚੁਗਲੀ ਦੇ ਬੋਲ ਵੱਧ ਜਾਂਦੇ ਨੇ। ਅਸੀਂ ਇੱਕ ਗੱਲ ਕਹਿ ਸਕਦੇ ਹਾਂ, ਉਹਦੇ ਬੋਲ ਫਿੱਕੇ ਹੋ ਜਾਂਦੇ ਨੇ, ਉਹਦੇ ਬੋਲ ਬੇਰਸੇ ਹੋ ਜਾਂਦੇ ਨੇ। ਔਰ ਇਹ ਸਾਡੇ ਆਪਣੇ ਆਲੇ ਦੁਆਲੇ ਅਸੀਂ ਦੇਖਦੇ ਹਾਂ, ਸਾਡੇ ਬਹੁਤੇ ਜੀਆਂ ਦੇ ਬੋਲ ਫਿੱਕੇ ਨੇ, ਬਹੁਤੇ ਜੀਆਂ ਦੇ ਬੋਲ ਬੇਰਸੇ ਨੇ। ਗੁਰਮੁਖਾਂ ਦੇ ਬੋਲ ਰਸ ਭਰੇ ਨੇ, ਫਿੱਕੇ ਬੋਲ ਨਹੀਂ ਕਿ ਮਿੱਠੇ ਬੋਲ ਨੇ। ਗੁਰਦੇਵ ਕਿਰਪਾ ਕਰਨ ਅਸੀਂ ਇਸ ਨੂੰ ਸਮਝ ਸਕੀਏ। ਸਾਧ ਸਭਾ में सहज न चाखिया, ਜਿਹਬਾ रस नहीं राई। ਹੁਣ ਕੀਤਾ ਕਿ ਕਿਉਂ ਨਹੀਂ ਆਇਆ, ਵੀ ਇਹਨੂੰ ਸਹਿਜ ਕਿਉਂ ਨਹੀਂ ਆਇਆ? ਕਹਿ ਲਗੇ ਮਨ ਤਨ ਧਨ ਆਪਣਾ ਕਰ ਜਾਣਿਆ। ਇਹਨੂੰ ਮਿਲਿਆ ਸੀ ਧਨਾਸਰੀ 'ਚ ਬੜਾ ਪਿਆਰਾ ਬਚਨ ਹੈ, ਜੋ ਅੱਗੇ ਜਾ ਕੇ ਸਾਨੂੰ ਪੜ੍ਹਨ ਨੂੰ ਮਿਲਣਾ ਹੈ। जिसका तन मन धन सब तिसका। असी समझ सकीए कि सानू उन्हें की दिता है, तन दिता है, तन विच मन दिता है। तन ते मन की बनतर विਉਂਤ ਦੇ ਨਾਲ ਅਸੀਂ धन कमा रहे हैं। ਹੁਣ तन ते मन की विਉਂਤ ही है ना। पढ़े लिखे व्यक्ति हथीं काम बहुता नहीं करते, पर मन की विਉਂਤ बहुती वरत लेंदे ने। अनपढ़ व्यक्ति का मन बहुता काम नहीं करता, तन की वरतों बहुती कर लेंदा है। एक पत्थर तोड़ रहा है, एक बैठा हिसाब लिख रहा है, काम दोनों पत्थर का ही करते हैं, पैसे दोनों पत्थर तो ही कमा रहे हैं, पर एक पत्थर का हिसाब लिखता पिया है, वो मन की वरतों करता पिया है। एक हथौड़ा लैके पत्थर तोड़ता पिया है, इक्के जमीन पर बैठे ने, इक्के सड़क के किनारे बैठे ने, पत्थर ही तोड़ रहे हैं, पर एक मन करके तोड़ रहा है, एक तन करके तोड़ रहा है। उन्होंने मन करके पता है किवें तोड़ना है, की करना, किन्ना पत्थर तोड़ना है। वो मन की विਉਂਤ ना दसी जाता है, इन्ने पत्थर तोड़ो, इदा तोड़ो, ऐ साई तोड़ो। एक तन करके एक मन की वरतों करता है, एक तन की वरतों करता है, दोनों पत्थर तोड़ते हैं। और कदे वेखिया होना दोनों सोना घड़ते हैं, दोनों एक तन की वरतों करके एक मन की वरतों करके। कारीगर उत्थे भी बैठा है, कारीगर तो इट्टां दे भरथियां ते भी बैठा है, जिहड़ा इट्टां पत्थदा पिया भी कारीगर है, तो जो सोने नूं तराशदा पिया भी कारीगर है। वो भी तन की वरतों करता पे, वो भी तन की वरतों,
ਉਹਨਾਂ ਦੋਨਾਂ ਦੇ ਪਿੱਛੇ ਬੈਠਾ ਇੱਕ ਬੰਦਾ ਹੋਰ ਹੈ ਜੋ ਮਨ ਦੀ ਵਰਤੋਂ ਕਰਦਾ ਪਿਆ, ਉਹ ਵੀ ਮਿੱਟੀ ਦੀ ਗੱਲ ਕਰਦਾ ਪਿਆ, ਸੋਨੇ ਦੀ ਗੱਲ, ਦੋਨੋਂ ਇੱਕੋ ਕੰਮ ਕਰਦੇ ਨੇ, ਪਰ ਇੱਕ ਤਨ ਦੀ ਕੰਮ ਕਰਦਾ, ਇੱਕ ਮਨ ਦੀ ਗੱਲ ਕਰਦਾ। ਅਤੇ ਜਿਹੜਾ ਵਿਅਕਤੀ ਇਸ ਨੂੰ ਆਪਣਾ ਮੰਨਦਾ ਹੈ, ਅਤੇ ਸਾਨੂੰ ਇਹਨਾਂ ਪਤਾ ਹੋਵੇ ਕਿ ਤਨ ਅਤੇ ਮਨ ਮੇਰੇ ਨਹੀਂ ਗੇ, ਦਾਤ ਵਜੋਂ ਮਿਲੇ ਨੇ, ਅਤੇ ਜਿਹੜੀ ਚੀਜ਼ ਦਾਤ ਵਜੋਂ ਮਿਲੀ ਹੈ ਨਾ, ਉਹ ਮਾਲਿਕ ਨੇ ਕਦੇ ਵੀ ਵਾਪਸ ਲੈ ਲੈਣੀ ਆ। ਤਨ ਤੇ ਸਾਰਿਆਂ ਤੋਂ ਵਾਪਸ ਲੈਣਾ ਹੀ ਲੈਣਾ ਨਾ, ਪਰ ਕਦੇ ਕਦੇ ਕਈਆਂ ਤੋਂ ਮਨ ਵੀ ਵਾਪਸ ਲੈ ਲੈਂਦਾ। ਆ ਸਾਡਾ ਇੱਕ ਮੈਡੀਕਲ ਲਾਈਨ 'ਚ ਸ਼ਬਦ ਹੈ, ਯਾਦਾਸ਼ਤ ਦਾ ਖਤਮ ਹੋ ਜਾਣਾ। ਆ ਕਦੇ ਕਦੇ ਚੋਟ ਲੱਗ ਜਾਂਦੀ, ਕੋਈ ਹੋਰ ਕਾਰਨ ਬਣ ਜਾਂਦੇ ਨੇ, ਮਨੁੱਖਾਂ ਦੀ ਯਾਦਾਸ਼ਤ ਮੁੱਕ ਜਾਂਦੀ ਹੈ। ਅਤੇ ਯਾਦਾਸ਼ਤ ਮੁੱਕਣਾ ਕੀ ਹੈ? ਮਨ ਮੁੱਕ ਜਾਂਦਾ ਹੈ। ਹੁਣ ਚੇਤਨ ਸ਼ਕਤੀ ਮੁੱਕ ਗਈ ਹੈ। ਹੁਣ ਉਹਨੂੰ ਪਤਾ ਹੀ ਨਹੀਂ ਆਪਣਾ ਕੀ ਹੈ, ਪਰਾਇਆ ਕੀ ਹੈ, ਭੈਣ ਕੌਣ ਹੈ, ਭਰਾ ਕੌਣ ਹੈ, ਮਾਤਾ ਪਿਤਾ ਭੁੱਲ ਗਏ। ਜੀ ਰਿਹਾ, ਖਾ ਰਹੇ, ਹੰਡਾ ਰਹੇ, ਖਾਣਾ ਦੇ ਰਹੇ, ਖਾ ਲੈਂਦਾ ਹੈ, ਕਹਿੰਦੇ ਉੱਠ ਚੱਲਦਾ, ਬਹਿ ਜਾ, ਬਹਿ ਜਾਂਦਾ ਹੈ, ਪਰ ਪੁੱਛੀਏ ਕੌਣ ਹੈ, ਕਹਿੰਦਾ ਪਤਾ ਨਹੀਂ। ਕੀ ਲਿਆ? ਕਰਤੇ ਨੂੰ ਤਾਂ ਮਨ ਵਾਪਸ ਲੈ ਲਿਆ। ਹੁਣ ਕੀ ਕਰ ਲਓਗੇ? ਦਾ ਤਨ ਤੇ ਸਾਰਿਆਂ ਤੋਂ ਵਾਪਸ ਲੈਣਾ ਹੈ, ਪਰ ਕਦੇ ਕਦੇ ਮਨ ਵੀ ਵਾਪਸ ਲੈ ਲੈਂਦਾ। ਬਸ ਠੀਕ ਹੈ, ਬੈਠਾ ਹੋਇਆ, ਉਠਾ ਤਾਂ ਉੱਠ ਗਿਆ, ਬੈਠ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਮਝ ਕੇ ਰੱਖਣਾ, ਜਿਸ ਕਾ ਤਨ ਮਨ ਤੇ ਨਾ ਤਨ ਤੇ ਮਨ ਦੀ ਬਣਤਰ ਨਾਲ ਬਣਿਆ ਹੋਇਆ ਧਨ ਵੀ ਤਿਸਕਾਈ ਜੇ। ਕਬਜ਼ਾ ਨਾ ਕਰੀਏ, ਵਰਤੀਏ ਸਿਰਫ ਇਸ ਨੂੰ। ਧਨ ਦੀ ਸਿਰਫ ਵਰਤੋਂ ਕਰਿਆ ਕਰੀ, ਜਿਵੇਂ ਮਨ ਦੀ ਵਰਤੋਂ ਕਰਦੇ ਆ, ਇਸੇ ਤਰ੍ਹਾਂ ਧਨ ਦੀ ਵਰਤੋਂ ਕਰੀਏ, ਕਮਾਈਏ, ਵਰਤੀਏ, ਖਰਚੀਏ, ਖਾਈਏ, ਹੰਡਾਈਏ, ਪਰ ਕਬਜ਼ਾ ਨਹੀਂ। ਸ਼ਾਇਦ ਇਸੇ ਕਰਕੇ ਸਾਨੂੰ ਦੱਸਿਆ ਗਿਆ ਵੀ ਜਿਤਨੀ ਵਰਤੋਂ ਕਰੇ, ਕਮਾਈ ਕਰੇ, ਜਿਤਨਾ ਤੇਰੀ ਵਰਤੋਂ 'ਚ ਆ ਜੇ ਮੁਬਾਰਕ, ਜੋ ਤੇਰੀ ਵਰਤੋਂ 'ਚ ਬਚੇ ਉਹ ਜ਼ਰੂਰ ਵੰਡੀ। ਸਾਨੂੰ ਜੋ ਗੁਰੂ ਨਾਨਕ ਸਾਹਿਬ ਜੀ ਨੇ ਮੱਤ ਹੀ ਦਿੱਤੀ ਹੈ ਨਾ, ਵੀ ਤਨ ਕਰਕੇ ਮਨ ਕਰਕੇ ਕਮਾਈ ਕਰ, ਕਮਾਈ ਕਰਕੇ ਆਪਣੇ ਤਨ ਪਰਿਵਾਰ ਦੀ ਆਪਣੀ ਪਾਲਣਾ ਕਰ, ਪਰ ਵੰਡੀ ਜ਼ਰੂਰ, ਕਿਉਂਕਿ ਬਚਿਆ ਹੋਇਆ। ਅਤੇ ਵੰਡੀ ਬਚਿਆ ਆਪਣੇ 'ਚੋਂ ਹੀ, ਚੋਰੀ ਕਰਕੇ ਠੱਗੀ ਮਾਰ ਕੇ ਮੱਤ ਵੰਡੀ, ਨਹੀਂ ਤੇ ਮਲਕ ਭਾਗੋ ਤੇ ਵੰਡ ਤੇ ਰਿਹਾ ਸੀ ਨਾ। ਬ੍ਰਹਮ ਭੋਜ ਮਲਕ ਭਾਗੋ ਵੀ ਲਾ ਰਹੇ, ਲੰਗਰ ਤੇ ਮਲਕ ਭਾਗੋ ਨੂੰ ਲਾਇਆ ਹੋਇਆ ਹੈ, ਪਰ ਮਲਕ ਭਾਗੋ ਦਾ ਬ੍ਰਹਮ ਭੋਜ ਲੰਗਰ ਆਪਣੀ ਕਮਾਈ 'ਚੋਂ ਨਹੀਂ ਹੈ, ਉਹ ਠੱਗੀ 'ਚੋਂ ਹੈ, ਅਤੇ ਉਹ ਗੁਰੂ ਨਾਨਕ ਨੂੰ ਪ੍ਰਵਾਨ ਨਹੀਂ ਹੈ। ਕਿਸੇ ਹੋਰ ਨੂੰ ਪ੍ਰਵਾਨ ਹੋਵੇ ਸਾਨੂੰ ਨਹੀਂ ਪਤਾ, ਪਰ ਮਲਕ ਭਾਗੋ ਦਾ ਬ੍ਰਹਮ ਭੋਜ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਪ੍ਰਵਾਨ ਨਹੀਂ ਹੈ, ਕਿਉਂਕਿ ਉਹਦੇ ਵਿੱਚ ਗਰੀਬਾਂ ਦਾ ਖੂਨ ਹੈ। ਅਤੇ ਗੁਰੂ ਨਾਨਕ ਸਾਹਿਬ ਨੂੰ ਕੀ ਵੰਡਣਾ ਗੁਰੂ ਨਾਨਕ ਨੂੰ ਪ੍ਰਵਾਨ ਹੈ। ਭਾਈ ਲਾਲੋ ਵੀ ਵੰਡਦਾ ਹੈ, ਆਪਣੀ ਮਹਿ 'ਚੋਂ ਪ੍ਰਸ਼ਾਦਾ ਭਾਈ ਲਾਲੋ ਵੀ ਛਕਾ ਰਿਹਾ, ਅਤੇ ਪ੍ਰਸ਼ਾਦਾ ਬ੍ਰਹਮ ਭੋਜ ਦੇ ਰੂਪ 'ਚ ਮਲਕ ਭਾਗੋ ਵੀ ਛਕਾ ਰਿਹਾ। ਦੋਨੋਂ ਕਿਰਤ ਕਰਮ ਕਰਕੇ ਵੇਖਣ ਦਾ ਕਰਮ ਇੱਕੋ ਕਰਦੇ ਨੇ। ਉਹ ਵੀ ਦੂਜੇ ਬੰਦੇ ਨੂੰ ਰੋਟੀ ਖਵਾ ਰਿਹਾ, ਉਹ ਵੀ ਦੂਜੇ ਬੰਦੇ ਨੂੰ ਰੋਟੀ ਖਵਾ ਰਿਹਾ, ਪਰ ਇੱਕ ਦੀ ਰੋਟੀ 'ਚ ਦੁੱਧ ਹੈ ਅਤੇ ਇੱਕ ਦੀ ਰੋਟੀ 'ਚ ਖੂਨ ਹੈ। ਸਾਨੂੰ ਸਮਝ ਆਏ ਮਨਮੁਖਤਾ ਦਾ ਨਿਸ਼ਾਨੇ ਕੀ ਹੈ? ਮਨ ਤਨ ਧਨ ਆਪਣਾ ਕਰ ਜਾਣਿਆ। ਜਿਸ ਨੇ ਸਮਝ ਲਿਆ ਕਿ ਮੇਰਾ ਤਨ ਹੈ, ਵਾਹ ਬੜਾ ਸੁੰਦਰ ਹੈ, ਬੜਾ ਬਲਵਾਨ ਹੈ, ਅਤੇ ਦੂਜਾ ਕੀ ਕਹਿੰਦਾ ਨੇ, ਮਹਾਰਾਜ ਤੇਰੀ ਕਿਰਪਾ ਨਾਲ ਸੁੰਦਰ ਤਨ ਮਿਲੇ। ਆ ਤਨ ਨਾਲ ਸੰਬੰਧਿਤ ਮਾਪੇ, ਭੈਣ ਭਰਾ, ਧੀਆਂ ਪੁੱਤਰ ਸਭ ਤਨ ਦੀ ਕੈਟਾਗਰੀ 'ਚ ਅਸੀਂ ਹੁੰਦੇ ਹਾਂ। ਇਸੇ ਕਰਕੇ ਕਈ ਥਾਂ ਸੰਤਾਨ ਨੂੰ ਤਨ ਕਹਿ ਕੇ ਜਾਣੇ ਆਦ ਹਰ ਸਤਿਗੁਰੂ ਰਾਮਦਾਸ ਮਹਾਰਾਜ ਜੀ ਕੇ ਹਰ ਬਣ ਕਿਹਾ ਜਾਂਦਾ ਕਿ ਹਰਦਾਸ ਤਨ ਹੈ। ਤਨ ਹੈ ਪੁੱਤਰਾਂ ਨੂੰ, ਧੀਆਂ ਨੂੰ ਕਿਹਾ ਜਾਂਦਾ, ਪਰ ਜੋ ਤਨ ਨਾਲ ਸੰਬੰਧਿਤ ਨੇ, ਭਾਵ ਜਿਤਨੇ ਸਾਡੇ ਸਰੀਰਕ ਰਿਸ਼ਤੇਦਾਰ ਨੇ, ਇਹ ਸਾਡੇ ਤਨ ਦੇ ਨਾਲ ਸੰਬੰਧਿਤ ਨੇ। ਅਤੇ ਸਾਨੂੰ ਪਤਾ ਹੋਵੇ ਕਿ ਇਹ ਤਾਂ ਦਾਤਾ ਨੇ ਨਾ। ਐਵੇਂ ਨਹੀਂ ਲੋਕ ਸੰਸਾਰ ਸੰਤਾਨ ਨੂੰ ਦਾਤ ਕਹਿੰਦੇ, ਰੱਬ ਦੀ ਦਾਤ ਹੈ ਧੀਆਂ ਪੁੱਤਰ। ਕਦੇ ਵੀ ਅਸੀਂ ਇਹਨੂੰ ਆਪਣਾ ਕਬਜ਼ਾ ਨਾ ਕਰੀਏ, ਦਾਤ ਹੈ। ਰਹਿਤ ਨਾਵਿਆਂ ਦੇ 'ਚ ਬੜੀ ਪਿਆਰੀ ਤੁਕ ਹੈ, ਉਹ 'ਚ ਇੱਕ ਗੁਰਸਿੱਖ ਦਾ ਪਰਿਵਾਰ ਬੜਾ ਚੰਗਾ ਹੋਵੇ, ਧੀਆਂ ਪੁੱਤਰ ਚੰਗੇ ਨੇ, ਭੈਣ ਭਰਾ ਚੰਗੇ ਨੇ, ਮਾਪੇ ਚੰਗੇ ਨੇ, ਕੀ ਜਾਣੇ ਕਿ ਮੇਰਾ ਬਹੁਤ ਸਮਾਨ ਕਰੀਏ ਅਸੀਂ, ਕਹਿਣ ਲੱਗੇ ਨਹੀਂ, ਦਾਤ ਪ੍ਰਭੂ ਕੀ ਜਾਣੈ। ਚੰਗੇ ਮਾਪੇ ਮਿਲਣਾ ਵੀ ਇੱਕ ਦਾਤ ਹੈ, ਅਤੇ ਚੰਗੀ ਸੰਤਾਨ ਮਿਲਣਾ ਵੀ ਇੱਕ ਦਾਤ ਹੈ। ਬਹੁਤ ਲੋਕ ਚੰਗੇ ਨੇ, ਪਰ ਖਿਮਾ ਕਰਨਾ ਉਹਨਾਂ ਦੇ ਮਾਪੇ ਚੰਗੇ ਨਹੀਂ ਗੇ, ਮਾਪੇ ਵਿਕਾਰਾਂ ਦੀ ਦਲਦਲ 'ਚ ਪਏ ਨੇ। ਅਤੇ ਬਹੁਤ ਮਾਪੇ ਚੰਗੇ ਨੇ, ਉਹਨਾਂ ਦੀ ਸੰਤਾਨ ਵਿਕਾਰਾਂ ਦੀ ਦਲਦਲ 'ਚ ਪਈ ਹੈ। ਇਸ ਸਮਾਜ 'ਚ ਅਸੀਂ ਰੋਜ਼ ਦੇਖਦੇ ਹਾਂ, ਆਪਣੇ ਘਰਾਂ 'ਚ ਅਸੀਂ ਹੰਡਾਉਂਦੇ ਹਾਂ। ਇਤਫਾਕ ਕਹਿ ਜਾਂਦਾ, ਭਾਗਾਂ ਵਾਲੇ ਹੁੰਦੇ ਪਰਿਵਾਰ ਜਿਹਨਾਂ ਦੇ ਮਾਪਿਆਂ ਦਾ, ਸੰਤਾਨ ਦਾ, ਭੈਣ ਭਰਾਵਾਂ ਦਾ, ਸਾਰਿਆਂ ਦਾ ਸੁਭਾਅ ਇੱਕ ਜਿਹਾ ਹੋਵੇ, ਇੱਕ ਬਣਤਰ ਚੰਗੀ ਹੋਵੇ। ਇਸ ਕਰਕੇ ਇਹ ਦਾਤ ਹੈ।
ਤਨ ਕਰਕੇ ਫਿਰ ਮਨ ਆਪੋ ਆਪਣਾ ਮਨੇ, ਮਨ ਵੀ ਇੱਕ ਦਾਤ ਹੈ ਤੇ ਤਨ ਵੀ ਦਾਤ ਹੈ। ਅਸੀਂ ਕਬਜ਼ਾ ਕਰ ਬੈਠੇ, ਮਹਾਰਾਜ ਕਹਿਣ ਲੱਗੇ ਨਹੀਂ, ਇੱਥੇ ਸ਼ਬਦ ਦੇ ਪ੍ਰਤੀਤ ਕਰਨਾ, ਮਨ ਪ੍ਰਤੀਤ ਨਾ ਆਈ ਆ ਸਾਨੂੰ ਦੱਸੇ, ਤੁਹਾਨੂੰ ਗੁਰੂ ਤੇ ਪ੍ਰਤੀਤ ਨਹੀਂ ਆਈ ਨਾ ਅਜੇ ਤੱਕ, ਨੇ ਵਿਸ਼ਵਾਸ ਕਰਨਾ ਇਹ ਸਭ ਕੋਈ ਦਾਤ ਗੁਰੂ ਕੀ ਹੈ। ਮਨਮੁਖਤਾ ਦੀ ਨਿਸ਼ਾਨੀ ਇਹ ਹੈ ਕਿ ਤਨ ਮਨ ਤੁਹਾਨੂੰ ਆਪਣਾ ਕਰਕੇ ਸਮਝਦਾ ਹੈ। ਔਰ ਇਹਦਾ ਦਾਰਸ਼ਨਿਕ ਮੰਡਲ ਅਸੀਂ ਪੜ੍ਹਦੇ ਸੁਣਦੇ ਹੁੰਦੇ ਹਾਂ। ਜਦੋਂ ਰਾਜੇ ਜਨਕ ਦੀ ਗਾਥਾ ਆਪਾਂ ਪੜ੍ਹਦੇ ਹਾਂ ਤੇ ਰਾਜੇ ਜਨਕ ਦੀ ਗਾਥਾ ਦੇ ਵਿੱਚ ਜਦੋਂ ਗਿਆਨੀਆਂ ਦੇ ਰਾਹੀਂ ਪਕੜੀਦਾ ਤੇ ਕੀ ਕਹਿੰਦੇ ਨੇ, ਰਾਜਨ ਤੇਰੇ ਕੋਲ ਤਿੰਨ ਚੀਜ਼ਾਂ ਨੇ, ਤਨ ਹੈ, ਮਨ ਹੈ ਤੇ ਧਨ ਹੈ, ਗੁਰੂ ਨੂੰ ਕੀ ਸੌਂਪੇਗਾ। ਉਸ ਵਕਤ ਦੇ ਗੁਰੂ ਨੇ ਤੇ ਸਿਰਫ ਇੱਕ ਚੀਜ਼ ਮੰਗੀ ਸੀ, ਰਾਜਨ ਚੋਂ ਇੱਕ ਦੇ ਦੇ, ਜੋ ਮਰਜ਼ੀ ਦੇ ਦੇ। ਤੇ ਸਲਾਹਕਾਰਾਂ ਨੇ ਸਲਾਹ ਕੀਤੀ ਕਿ ਰਾਜਨ ਤਨ ਦਾ ਸੰਕਲਪ ਮਤ ਲੈ ਲਿਓ, ਤਨ ਦਾ ਸੰਕਲਪ ਲੈ ਲੋਗੇ ਤੇ ਗੁਲਾਮ ਹੋ ਜਾਓਗੇ, ਤੇ ਧਨ ਦਾ ਸੰਕਲਪ ਵੀ ਮਤ ਲਿਓ, ਗਰੀਬ ਹੋ ਜਾਓਗੇ। ਮਨ ਦਾ ਸੰਕਲਪ ਲੈ ਲਓ। ਤੇ ਉਹਨੇ ਰਾਜੇ ਨੇ ਆਪਣੇ ਗੁਰੂ ਨੂੰ ਮਨ ਸੌਂਪਣ ਦਾ ਸੰਕਲਪ ਲੈ ਲਿਆ। ਸਾਨੂੰ ਵੀ ਯਾਦ ਰੱਖਣਾ, ਗੁਰੂ ਨਾਨਕ ਦੇ ਦਰ 'ਤੇ ਮਨ ਸੌਂਪਣ ਦਾ ਸੰਕਲਪ ਹੈ। ਅਸੀਂ ਗੱਲਾਂ ਕਰਦੇ ਹਾਂ ਤਨ ਸੌਂਪਣ ਦੀ, ਪਰ ਤਨ ਸੌਂਪਣਾ ਕੀ, ਤਨ ਤੇ ਫਿਰ ਸਾਡਾ ਹੀ ਸਾਡੇ ਕੋਲ ਹੀ ਹੈ। ਤਨ ਦਾ ਤੇ ਕੋਈ ਸੰਕਲਪ ਹੁੰਦਾ ਹੀ ਨਹੀਂ, ਤਨ ਤੇ ਰੋਟੀ ਖਾਂਦਾ ਹੈ ਬਸ, ਤਨ ਦੇ ਤੋਂ ਵੱਧ ਗੱਲ ਹੀ ਕੋਈ ਨਹੀਂ। ਸੰਕਲਪ ਹੀ ਮਨ ਦਾ ਹੈ, ਮਨ ਸੰਕਲਪ। ਪਰ ਮਹਾਰਾਜ ਇਕੱਲਾ ਜਦੋਂ ਸਾਨੂੰ ਪ੍ਰਗਾੜਤਾ ਮੁਕੰਮਲਤਾ 'ਤੇ ਲੈ ਕੇ ਆਉਂਦੇ ਨੇ, ਫਿਰ ਕਹਿੰਦੇ ਨੇ ਕੇਵਲ ਤਨ ਤੱਕ ਨਹੀਂ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਜੇ ਤੂੰ ਪੂਰਨਤਾ ਸਿੱਖ ਬਣਨਾ ਹੈ ਤੇ ਤੈਨੂੰ ਇਹ ਕੰਮ ਕਰਨਾ ਪੈਣਾ। ਆਪਾਂ ਪੜ੍ਹਦੇ ਹਾਂ, ਨਿਤ ਪੜ੍ਹਦੇ ਹੋ, ਤਨ ਮਨ ਧਨ ਸਭ ਸੌਂਪ ਗੁਰੂ ਕਾ। ਹੁਣ ਕੀ ਕਰਾਂ ਜੀ, ਸੌਂਪਤਾ, ਹੁਕਮ ਮੰਨੀ ਹੈ। ਹੁਣ ਜੋ ਗੁਰੂ ਕਰਨੇ ਮਨ, ਫਿਰ ਕਿਵੇਂ ਲੱਗਾ, ਪਾਈ ਹੈ, ਫਿਰ ਪ੍ਰਾਪਤੀ ਹੋਏਗੀ ਨਾਮ ਦੀ ਤੈਨੂੰ। ਅਸੀਂ ਕਬਜ਼ਾ ਕਰ ਲਿਆ ਤੇ ਮੇਰਾ ਹੈ। ਮਨ ਤਨ ਤਨ ਆਪਣਾ ਕਰ ਜਾਣਿਆ, ਇਹ ਮਨਮੁਖਤਾ ਦੀ ਨਿਸ਼ਾਨੀ ਹੈ। ਫਿਰ ਕਹਿਣ ਲੱਗੇ ਦਰ ਕੀ ਖਬਰ ਨਾ ਪਾਈ। ਬਹੁਤ ਸਾਰੇ ਲੋਕ ਨੇ ਜਿਹੜੇ ਇਸ ਮੰਡਲ 'ਚ ਖੜੇ ਨੇ, ਪ੍ਰਭੂ ਦੀ ਗੱਲ ਤੋਂ ਇਨਕਾਰੀ ਹੋਏ ਪਏ ਨੇ। ਜਿਹੜੇ ਥੋੜ੍ਹੇ ਬਹੁਤੇ ਰੱਬ ਦੀ ਗੱਲ ਕਰਦੇ ਨੇ ਵੀ ਰੱਬ ਹੈਗਾ, ਰੱਬ ਹੈਗਾ, ਪਰ ਇਸ ਗੱਲ ਤੋਂ ਇਨਕਾਰੀ ਨੇ ਕਿ ਖਬਰ, ਦਰ ਦੀ ਖਬਰ, ਦਰ ਕੀ ਹੁੰਦਾ ਹੈ, ਸਮਝ ਹੀ ਨਹੀਂ ਆ ਰਹੀ। ਜਦ ਕਿ ਸਾਨੂੰ ਰੋਜ਼ ਪੜ੍ਹਾਇਆ ਜਾਂਦਾ ਹੈ। ਆ 2 ਵਾਰ ਤੇ ਪੜ੍ਹਦੇ ਨਾ, 100 ਦਰ ਤੇਰਾ ਕਿਹਾ ਸੋ ਘਰ ਕਿਹਾ, ਪੜ੍ਹਦੇ ਰੋਜ਼ 2 ਵਾਰ। ਬੇਸ਼ੱਕ ਥੋੜ੍ਹਾ ਜਿਹਾ ਮਾਤਰਕ ਭੇਤ ਹੈ। ਜਪਜੀ ਸਾਹਿਬ ਦੀ 100 ਦਰ ਦੀ ਪੌੜੀ ਤੇ ਸ਼ਾਮ ਦੀ ਤੇ ਬਾਣੀ ਦਾ ਨਾਂ ਆਪਾਂ 100 ਦਰ ਰੱਖ ਦਿੱਤਾ। ਹੁਣ ਜੇ ਰੋਜ਼ ਕਿਹਾ ਜਾ ਰਿਹਾ ਵੀ ਹੈ ਦਰ ਕਿਹੜਾ, ਘਰ ਕਿਹੜਾ, ਤੇ ਮੂਰਖ ਬੰਦਾ ਕੀ ਕਹਿੰਦਾ, ਨਾ ਕਿਹਨੇ ਵੇਖਿਆ ਭਾਈ, ਨਹੀਂ ਵੇਖਿਆ ਕਿਸੇ ਨੇ, ਮੈਂ ਵੀ ਨਹੀਂ ਵੇਖਿਆ, ਤੁਸੀਂ ਵੀ ਨਹੀਂ ਵੇਖਿਆ। ਪਰ ਸਾਡੇ ਗੁਰੂ ਨਾਨਕ ਜੀ ਕਹਿੰਦੇ ਨੇ ਇਸ ਕਰਕੇ ਹੈਗਾ, ਮੈਂ ਨਹੀਂ ਵੇਖਿਆ, ਤੁਸੀਂ ਵੀ ਨਹੀਂ ਵੇਖਿਆ ਹੋਣਾ, ਪਰ ਗੁਰੂ ਨਾਨਕ ਕਹਿੰਦੇ ਨੇ ਇਸ ਕਰਕੇ ਹੈਗਾ। ਇਸ ਕਰਕੇ ਆਪਾਂ ਮੰਨਦੇ ਹਾਂ ਵੀ ਹਾਂ ਹੈ, ਦੇਖਿਆ ਨਹੀਂ ਹੈ। ਮੰਗ ਕਰਦੇ ਹਾਂ ਮਹਾਰਾਜ ਦਿਖਾ ਦਿਓ, ਤੁਹਾਡੀ ਕਿਰਪਾ ਹੋ ਜਾਏ, ਕਿਤੇ ਸੁਰਤ ਦਰਸ਼ਨ ਇੰਨੀ ਉੱਚੀ ਉਠਾ ਦਿਓ ਕਿ ਇਹ ਤੇ ਦਰਸ਼ਨ ਤਲਾਸ਼ਦੇ ਹਾਂ ਕਿ ਮਹਾਰਾਜ ਕਿਤੇ ਆਪਣੇ ਦਰ ਦੇ ਦਰਸ਼ਨ ਕਰਾ ਦਿਓ। ਕਹਿੰਦੇ ਹਾਂ ਤੇਰੇ ਦਰ 'ਤੇ ਪਹੁੰਚਣ ਦੀ ਸਾਡੀ ਖੁਆਹਿਸ਼ ਹੈ। ਪਰ ਆਮ ਬੰਦੇ ਜਿਹੜੇ ਤਨ ਮਨ ਦੇ ਵਿੱਚ ਗਲਤਾਨ ਹੋਏ ਪਏ ਨੇ, ਪ੍ਰਭੂ ਦੇ ਦਰ ਦੀ ਖਬਰ ਸੁਰਤ ਜਾਣਦੇ ਨਹੀਂ, ਸਮਝਦੇ ਨਹੀਂ ਕਿ ਅੱਗੇ ਤੇਰੇ ਨਾਲ ਕੀ ਬੀਤੇਗੀ। ਆ ਤਨ ਛੱਡ ਕੇ ਅੱਗੇ ਜਾਏਗਾ, ਤੇਰੇ ਨਾਲ ਕਿਆ ਬੀਤੇਗੀ। ਜਦੋਂ ਛੁੱਟ ਜਾਏਗਾ ਸੰਸਾਰ, ਤੇਰੇ ਨਾਲ ਕਿਆ ਬੀਤੇਗੀ। ਜਿਸ ਦਾ ਸਾਰਾ ਦਰਸ਼ਨ ਆਪਾਂ ਪਿੱਛੇ ਵਡਹੰਸ ਕੀ ਅਲਾਹਣੀਆਂ ਦੇ ਵਿੱਚ ਬਹੁਤ ਵਾਰ ਪੜ੍ਹ ਚੁੱਕੇ ਆ। ਉੱਥੇ ਉਸੇ ਦਰ ਦੀ ਤੇ ਖਬਰ ਹੈ ਕਿ ਜਮਦਰ ਬਾਦਾ ਠੌਰ ਨਾ ਪਾਵੇ। ਆਸਾ ਕੀ ਵਾਰ ਦੇ ਵਿੱਚ ਉਸ ਦਰ ਦਾ ਬੜਾ ਜ਼ਿਕਰ ਹੈ, ਜਿੱਥੇ ਕਿ ਨਾਨਕ ਜੀਉ ਪਾਏ ਕੇ ਲਿਖ ਨਾਵੈ ਧਰਮ ਬਹਾਲਿਆ। ਧਰਮ ਕਿੱਥੇ, ਉਸ ਦਰ 'ਤੇ ਧਰਮ ਨੂੰ ਬਹਾਲਿਆ ਹੋਏ। ਉੱਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜ ਜਮਾਲਿਆ। ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੁੱਜ ਕਚਾਲਿਆ। ਇਹ ਸਭ ਦਰ ਕੀ ਬਾਤਾਂ ਨੇ, ਹਰ ਦਰ ਕੀਆਂ ਬਾਤਾਂ ਸੋ ਨਾਨਕ ਆਖ ਸੁਣਾਵੈ। ਨਾਨਕ ਸਤਿਗੁਰੂ ਜੀ ਹਰ ਦਰ ਕੀਆਂ ਬਾਤਾਂ ਸੁਣਾਉਂਦੇ ਨੇ, ਪਰ ਸਾਡੇ 'ਚ ਬਹੁਤ ਮਨਮੁਖਤਾ ਦਾ ਕੀ ਕੰਮ ਹੈ ਕਿ ਮਨਮੁਖਤਾ ਉਸ ਦਰ ਦੀ ਗੱਲ ਸੁਣ ਕੇ ਰਾਜੀ ਨਹੀਂ, ਮੰਨ ਕੇ ਰਾਜੀ ਨਹੀਂ, ਨਤੀਜੇ ਨੂੰ ਪਤਾ ਹੀ ਨਹੀਂ। ਮਹਾਰਾਜ ਕਹਿਣ ਲੱਗੇ ਦਰ ਕੀ ਖਬਰ ਨਾ ਪਾਈ। ਪਰ ਇੱਕ ਦਿਨ ਆਇਆ, ਮੰਨਿਆ ਨਹੀਂ ਸੀ ਇਹਨੇ, ਖਬਰ ਤੇ ਪਾਉਣੀ ਵੱਡੀ ਗੱਲ ਸੀ,
ਪਰ ਇਹਨੇ ਤਾਂ ਮੰਨਿਆ ਨਹੀਂ ਸੀ ਕਿ ਦਰ ਦੀ ਗੱਲ ਵੀ ਕੋਈ ਨਹੀਂ ਕਹਿਣਾ। ਅੱਖੀ ਮੀਟ ਚਲਿਆ ਅੰਧਿਆਰਾ। ਫਿਰ ਇੱਕ ਦਿਨ ਆਇਆ, ਅੱਖਾਂ ਮੀਟੀਆਂ ਗਈਆਂ। ਆਪਾਂ ਸਾਰੇ ਮੰਨਦੇ ਅੱਖਾਂ ਮੀਟੀਆਂ ਗਈਆਂ, ਮਤਲਬ ਵਿੱਚ ਹੀ ਸਭ ਕੁਝ ਰਹਿ ਗਿਆ, ਵਿੱਚੇ ਰਹਿ ਗਈ ਧੂਮਾਂ ਧਾਮ, ਘਰ ਪਰਿਵਾਰ ਦਾ ਸ਼ੋਰ ਸ਼ਰਾਬਾ ਸਭ ਇੱਥੇ ਰਹਿ ਗਿਆ। ਅੱਖਾਂ ਮੀਟ ਗਿਆ, ਆਪਾਂ ਕਹਿੰਦੇ ਫਲਾਣਾ ਮਤਲਬ ਅੱਖਾਂ ਮੀਟ ਗਿਆ, ਭਾਵ ਮਰ ਗਿਆ, ਰੌਲਾ ਰੱਪਾ ਸਭ ਖਤਮ। ਅੱਖੀ ਮੀਟ ਚਲਿਆ, ਹੁਣ ਅੱਖਾਂ ਮੀਟ ਗਿਆ, ਚੱਲ ਗਿਆ, ਚੱਲਿਆ। ਅੱਗੇ ਕੀ ਹੈ? ਅੰਧਿਆਰਾ। ਕਿਉਂਕਿ ਇਸਨੇ ਦਰ ਦੇ ਬਾਰੇ ਕਦੇ ਪੁੱਛਿਆ ਹੀ ਨਹੀਂ ਸੀ ਕਿਸੇ ਤੋਂ। ਦਰ ਦੇ ਬਾਰੇ ਕਦੇ, ਸਾਹਿਬ ਦੇ ਦਰ ਦਾ ਕਦੇ ਧਿਆਨ ਹੀ ਨਹੀਂ ਸੀ ਕੀਤਾ। ਠੀਕ ਹੈ, ਅਸੀਂ ਗਿਆਨੀ ਧਿਆਨੀ ਏਡੇ ਵੱਡੇ ਨਹੀਂ ਹਾਂ, ਕਮ ਸੇ ਕਮ ਬੇਨਤੀਆਂ ਤੇ ਕਰ ਸਕਦੇ, ਮਹਾਰਾਜ ਕਿਰਪਾ ਕਰਿਓ, ਦਰ ਦੀ ਖਬਰ ਕਰ ਦਿਓ, ਦਰ 'ਤੇ ਬਖਸ਼ ਲਿਓ, ਅਸੀਂ ਤੇਰੇ ਦਰ 'ਤੇ ਟੱਠੇ ਪਏ ਆ, ਬਖਸ਼ ਲਓ। ਬੇਨਤੀਆਂ ਤੇ ਕਰ ਹੀ ਸਕਦੇ ਨਾ, ਤਰਲਾ ਤੇ ਕਰ ਹੀ ਸਕਦੇ ਨਾ। ਗਿਆਨੀ ਧਿਆਨੀ ਨਹੀਂ ਹੈ, ਸਾਡੀ ਪਹੁੰਚ ਉੱਥੋਂ ਤੱਕ ਨਹੀਂ, ਮੰਨ ਲੈਂਦੇ ਆ, ਪਰ ਤਰਲਾ ਕਰਨ ਦਾ ਹੱਕ ਤੇ ਸਾਡੇ ਕੋਲ ਹੈ ਨਾ। ਆ ਸਤ ਸੰਗਤ ਵਿੱਚ ਆਪਾਂ ਅਰਦਾਸ ਤੇ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ ਲਓ, ਦਰ ਢੱਠਿਆਂ ਦੀ ਲਾਜ ਰੱਖ ਲਿਓ। ਪਰ ਉਹਨੇ ਤਾਂ ਕਦੇ ਕਿਹਾ ਹੀ ਨਹੀਂ, ਉਹਨੇ ਦਰ ਦੇ ਬਾਰੇ ਗੱਲ ਹੀ ਨਹੀਂ ਕੀਤੀ, ਸਗੋਂ ਆਕੜੇ ਆ ਰਹੇ ਲੈ ਹੁੰਦਾ ਕੀ ਹੈ, ਕੀ ਨੂੰ ਕੀ ਪਤਾ। ਫਿਰ ਅੱਗੇ ਤੇ ਅੰਧਕਾਰ ਹੈ, ਬਿਲਕੁਲ ਅੰਧਕਾਰ। ਤੇ ਪਿੱਛੇ ਪੜ੍ਹਿਆ ਸੀ ਨਾ, ਗਲ ਸੰਗਲ ਸਿਰ ਮਾਰੈ ਉਬਾਓ। ਕਲਪਨਾ ਕਰੀਏ, ਅੰਧਕਾਰ ਹੋਵੇ, ਗਲ 'ਚ ਸੰਗਲੀ ਪਈ ਹੋਵੇ, ਤੇ ਠੇਡਾ ਖਾਣਾ, ਤੇ ਠੇਡੇ ਖਾਣ 'ਤੇ ਮਾਰ ਪੈ ਜੇ, ਤੁਰਿਆ ਜਾਣਾ ਨਹੀਂ, ਕਿਉਂਕਿ ਦਿਸਦਾ ਕੁਛ ਨਹੀਂ, ਅੰਧਕਾਰ ਹੈ। ਗਲ ਅਗਲਿਆਂ ਨੇ ਸੰਗਲ ਪਾ ਕੇ ਧੂਏ ਖਿੱਚ ਰਹੇ ਨੇ, ਚੱਲ 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 ਕਹਿ ਰਹੇ ਨੇ। ਕਰਮਾਂ ਦੀ ਪੰਡ ਸਿਰ 'ਤੇ ਚੁੱਕੀ ਹੋਵੇ, ਗਲ ਸੰਗਲੀ ਪਈ ਹੋਵੇ, ਰਸਤੇ 'ਚ ਅੰਧਕਾਰ ਹੋਵੇ, ਤੇ ਸਹਾਇਤਾ ਦੀ ਬਜਾਏ ਪੈਂਦੀ ਮਾਰ ਹੋਵੇ, ਤੇ ਕੀ ਹਾਲ ਬੀਤੇਗੀ। ਇਹ ਸਾਡੇ ਨਾਲ, ਤੁਹਾਡੇ ਨਾਲ, ਸਭ ਨਾਲ ਹੋਣਾ ਹੈ। ਜੇ ਦਰ ਦੀ ਖਬਰ ਦੇ ਅਸਾਂ ਨਾ ਕੀਤੀ, ਬੇਨਤੀਆਂ ਤਰਲੇ ਸਾਹਿਬ ਦੇ ਕੇ ਨਾ ਕੀਤੇ, ਆਪਣੇ ਆਪ ਨੂੰ ਨਿਰਮਲਤਾ ਨਾਮ ਦਾਨ ਇਸ਼ਨਾਨ ਦੇ ਦਾਇਰੇ 'ਚ ਨਾ ਲੈ ਕੇ ਆਏ, ਤੇ ਫਿਰ ਸਭ ਨਾ ਹੋਣੀ, ਹੁੰਦੀ ਸਭ ਨਾ। ਇਸੇ ਕਰਕੇ ਫਿਰ ਕੂਕ ਪੁਕਾਰ ਕੋ ਨਾ ਸੁਣਾਈ। ਪਰ ਉੱਥੇ ਚੀਕ ਚਿਹਾੜਾ ਬਥੇਰਾ ਪੈਂਦਾ ਹੈ, ਪਰ ਸੁਣਦਾ ਕੋਈ ਨਹੀਂ, ਮੰਨਣ, ਕਿਉਂਕਿ ਉੱਥੇ ਮੰਨਣ ਵਾਲਾ ਨਹੀਂ ਹੁੰਦਾ, ਉੱਥੇ ਤੇ ਹੁਕਮ ਚਲਾਉਣ ਡਾਢੇ ਹੁੰਦੇ, ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ। ਫਿਰ ਹਾਏ ਹਾਏ ਦੀ ਪੁਕਾਰ ਉਹ ਸਾਨੂੰ ਤੁਹਾਨੂੰ ਨਹੀਂ ਸੁਣਾਈ ਦਿੰਦੀ, ਜਨਕ ਵਰਗਿਆਂ ਨੂੰ ਸੁਣਾਈ ਦਿੰਦੀ ਹੈ, ਗੁਰਮੁਖਾਂ ਨੂੰ ਸੁਣਾਈ ਦਿੰਦੀ ਹੈ। ਫਿਰ ਕੀ ਕਹਿੰਦੇ ਨੇ, ਚਲਿਆ ਅੰਧਿਆਰਾ, ਘਰ ਦਰ ਦਿਸੈ ਨਾ ਪਾਈ। ਹੁਣ ਨਾ ਤੇ ਘਰ ਨਜ਼ਰ ਆਉਂਦਾ ਤੇ ਨਾ ਦਰ ਨਜ਼ਰ ਆਉਂਦਾ, ਸਿਰਵਾਏ ਅੰਧਕਾਰ ਤੋਰ ਕੁਝ ਨਜ਼ਰ ਹੀ ਨਹੀਂ। ਔਰ ਚੇਤਨ ਨਜ਼ਰ ਉਹੀ ਕੁਝ ਆਉਂਦਾ ਹੈ ਜੋ ਕੁਝ ਸਾਡੇ ਧਿਆਨ ਵਿੱਚ ਹੁੰਦਾ ਹੈ, ਜਿਸ ਦਾ ਧਿਆਨ ਅਸੀਂ ਧਰਿਆ ਹੁੰਦਾ। ਆਪਾਂ ਕਦੇ ਕਦੇ ਧਿਆਨ ਨਾਲ ਦੇਖ ਜਰਾ, ਆ ਚਿਹਰਾ ਸਾਨੂੰ ਕਿਹੜੇ ਚਿਰਾਂ ਬਾਅਦ ਮਿਲੇ। ਮੰਨ ਲਓ ਬਚਪਨ 'ਚ ਆਪਾਂ ਮਿਲੇ, ਇਕੱਠੇ ਪੜ੍ਹੇ ਪ੍ਰਾਇਮਰੀ ਸਰਕਲ 'ਚ, 10 20 50 ਸਾਲ ਬਾਅਦ ਮਿਲੇ, ਉਮਰਾਂ ਕਰਕੇ ਸਰੀਰ ਦੀ ਬਣਤਰ ਬਦਲੀ ਹੁੰਦੀ ਹੈ, ਇੱਕ ਦੂਜੇ ਬਾਰੇ ਪਤਾ ਲੱਗ ਜਾਂਦਾ, ਤੇ ਕਹਿੰਦਾ ਧਿਆਨ ਨਾਲ ਦੇਖ ਅਸੀਂ ਉਹੋ ਹੀ ਹਾਂ। ਹੁਣ ਚਿਹਰੇ 'ਤੇ ਬਦਲੇ ਹੋਏ ਨੇ, ਰੰਗ ਰੂਪ ਬਦਲੇ ਹੋਏ ਨੇ, ਆਕਾਰ ਕੱਦ ਬਦਲੇ ਹੋਏ ਨੇ, ਬੁਢਾਪਾ ਸਿਰ 'ਤੇ ਆ ਵੀ ਹੈ, ਪਰ ਜਦੋਂ ਥੋੜ੍ਹਾ ਜਿਹਾ ਅਸੀਂ ਧਿਆਨ ਕਰਦੇ ਹਾਂ, ਤੇ ਬਚਪਨ ਚੇਤੇ ਆਉਂਦੇ, ਹਾਂ ਆਪਾਂ ਤਾਂ ਇਕੱਠੇ ਖੇਡਦੇ ਰਹੇ ਹਾਂ, ਅਸੀਂ ਦੂਜੀ ਚੌਥੀ ਪੰਜਵੀਂ 'ਚ ਇਕੱਠੇ ਪੜ੍ਹਦੇ ਰਹੇ ਹਾਂ। ਫਿਰ ਸਾਰੀ ਸੀਨਰੀ ਚੇਤੇ ਆਈ ਨਹੀਂ ਵੀ ਹਾਂ ਅਸੀਂ ਪ੍ਰਾਇਮਰੀ ਸੈਕਸ਼ਨ ਇਕੱਠੇ ਸੀਗੇ। ਕਦੋਂ ਦਾ ਉਹ ਧਿਆਨ ਨਾਲ ਦੇਖਦੇ ਆ। ਨਹੀਂ ਤੇ ਚਿਹਰਾ ਅੱਜ ਹੋਰ ਹੈ, ਅੱਜ ਚਿਹਰਾ ਬਦਲਿਆ ਹੋਇਆ, ਆਵਾਜ਼ ਬਦਲੀ ਹੋਈ, ਹਾਵ ਭਾਵ ਬਦਲੇ ਹੋਏ ਨੇ, ਪਰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਤੇ ਉਹੀ ਸਭ ਕੁਝ ਚੇਤਾ ਆਉਂਦਾ ਜੋ ਸਾਡਾ ਇਕੱਠਿਆਂ ਗੁਜ਼ਰਿਆ ਸੀ। ਤੇ ਜਦੋਂ ਧਿਆਨ ਦੇ ਨਾਲ ਕੋਈ ਦੇਖਦਾ ਦਰ ਦੇ ਬਾਰੇ, ਇਸੇ ਕਰਕੇ ਗੁਰੂ ਨਾਨਕ ਰੋਜ਼ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ, ਸੋ ਪੜ ਕੇ ਉਠ ਹਰ ਨਾਮ ਧਿਆਵੈ। ਹਰ ਨਾਮ ਧਿਆਉਣ ਦਾ ਇੱਕ ਪੱਖ ਇਹ ਹੁੰਦਾ ਹੈ ਕਿ ਭਾਈ ਬੈਠ ਜਾਓ, ਅੱਖਾਂ ਮੀਟ ਕੇ, ਦੇਖਣਾ ਕੁਝ ਨਹੀਂ, ਦਿਸਦਾ ਕੁਝ ਨਹੀਂ ਅੱਖਾਂ ਮੀਟਿਆਂ, ਪਰ ਧਿਆਨ ਧਰਨਾ ਹੈ ਪ੍ਰਭੂ ਦੇ ਦਰ ਦਾ, ਧਿਆਨ ਧਰਨਾ ਹੈ ਪ੍ਰਭੂ ਦੇ ਚਰਨਾਂ ਦਾ, ਇੱਕ ਓੰਕਾਰ ਦਾ ਧਿਆਨ ਧਰਨਾ ਹੈ। ਅਕਾਲ ਮੂਰਤ ਅਜੂਨੀ ਸੰਭਾਓ, ਹੈ ਠਾਹਰ ਨੀਕੀ ਧਿਆਨ ਕਾਓ। ਭਾਵੇਂ ਦਿਸ ਕੁਛ ਨਹੀਂ ਰਿਹਾ ਹੁੰਦਾ, ਠੀਕ ਹੈ, ਕਿਉਂਕਿ ਅੱਖਾਂ ਬੰਦ ਅੰਧਕਾਰ ਹੈ। ਅਸੀਂ ਧਿਆਨੀ ਦੀ ਉਹੋ ਜਿਹੀ ਵਿਆਖਿਆ ਨਹੀਂ ਕਰਦੇ ਜੇ ਕਿ ਧਿਆਨ ਕਰਕੇ ਤੈਨੂੰ ਕੀ ਨਜ਼ਰ ਆਏਗਾ, ਉਹ 1 ਲੱਖ ਚੈਪਟਰ ਹੁੰਦੇ ਨੇ। ਪਰ ਫਿਰ ਵੀ ਸਾਨੂੰ ਕਹਿੰਦਾ ਭਾਈ ਗੁਰੂ ਕੇ ਸ਼ਬਦ ਦਾ, ਗੁਰੂ ਕੇ ਚਰਨਾਂ ਦਾ ਧਿਆਨ ਧਰ ਕੇ ਬੈਠੋ। ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਿਤੋਜ ਸਭੈ ਜਿਕਸ਼ਾਇਓ। ਭਾਈ ਗੁਰੂ ਦੇ ਧਿਆਨ 'ਚ, ਹੁਣ ਗੁਰੂ ਕੀ ਹੈ ਸਦਾ ਨਾਲ, ਤੇ ਜੇ ਗੁਰੂ ਕੇ ਧਿਆਨ 'ਚ ਕਦੇ ਬੈਠੇ ਹੋਵਾਂਗੇ ਤੇ ਗੁਰੂ ਦਾ ਦਰ ਤੇ ਗੁਰੂ ਦੇ ਘਰ ਦੀ ਥੋੜ੍ਹੀ ਥੋੜ੍ਹੀ ਕਨਸੋਆਂ ਪੈਣਗੀਆਂ ਨਾ। ਜਿਨ੍ਹਾਂ ਨੇ ਇਸ ਰਸ ਨੂੰ, ਇਸ ਰਹੱਸ ਨੂੰ, ਧਿਆਨ ਕਲਾ ਨੂੰ ਜਾਣਿਆ ਤੇ ਮੰਨਿਆ ਹੈ, ਉਹ ਇਹ ਧਿਆਨ ਕਲਾ 'ਚ ਦੇਖਦੇ ਨੇ ਤੇ ਜਾਣਦੇ ਨੇ। ਆ ਕਦੇ
ਬਿਲਕੁਲ ਆਲੇ ਦੁਆਲੇ ਅੰਧਕਾਰ ਹੋਵੇ ਨਾ, ਲੰਬੇ ਸਫ਼ਰ ਕਰਦਿਆਂ ਦੇਖਣਾ। ਆਪਾਂ ਮੰਨ ਲਓ ਕਿਸੇ ਰੋਡ 'ਤੇ ਹਨੇਰੀ ਰਾਤ ਜਾ ਰਹੇ ਹਾਂ ਅਤੇ ਦੂਰ ਕੋਈ ਘਰ ਨਜ਼ਰ ਆਉਂਦਾ ਹੋਵੇ, ਅਸੀਂ ਆਪਣੀ ਗੱਡੀ ਦੀ ਹੈਡਲਾਈਟ ਬੰਦ ਕਰ ਦਈਏ, ਅੰਧਕਾਰ 'ਚ ਖਲੋਤੇ ਹਾਂ ਅਤੇ ਕਿਸੇ ਦੂਰ ਘਰ ਅੰਦਰ ਬਲਬ ਜਗਦਾ ਹੋਵੇ ਅਤੇ ਉਹਦੀਆਂ ਰੋਸ਼ਨਦਾਨਾਂ 'ਚੋਂ ਖਿੜਕੀਆਂ ਤੋਂ ਝੀਤਾਂ 'ਚ ਰੋਸ਼ਨੀ ਬਾਹਰ ਪੈ ਰਹੀ ਹੁੰਦੀ ਹੈ। ਐਸਾ ਕਦੇ ਕਦੇ ਜਿਹੜੇ ਲੌਂਗ ਡਰਾਈਵ 'ਤੇ ਰਾਤ ਜਾਂਦੇ ਉਹਨੂੰ ਪਤਾ ਹੈ। ਆਤਮਿਕ ਜੀਵਨ ਦੀ ਲੌਂਗ ਡਰਾਈਵ 'ਤੇ ਜਿਹੜੇ ਜਾਂਦੇ ਨਾ ਉਹ ਦੇਖਦੇ ਨੇ ਤੈਂ ਝਿਲਮਿਲ ਕਾਰ ਦਿਸੰਤਾ, ਔਰ ਦੂਰ ਜਿੱਥੇ ਮੈਂ ਜਾਣਾ ਉੱਥੋਂ ਦੀ ਝਿਲਮਿਲਾਹਟ ਮੈਨੂੰ ਨਜ਼ਰ ਆ ਰਹੀ ਹੈ। ਰਸਤੇ 'ਚ ਅੰਧਕਾਰ ਹੈ ਕੋਈ ਗੱਲ ਨਹੀਂ, ਪਰ ਮੈਨੂੰ ਮੇਰੀ ਮੰਜ਼ਿਲ ਦਿਸ ਰਹੀ ਹੈ, ਮੈਨੂੰ ਪਤਾ ਮੈਂ ਜਾਣਾ ਕਿੱਥੇ। ਤੈਂ ਝਿਲਮਿਲ ਕਾਰ ਦਿਸੰਤਾ, ਉੱਥੋਂ ਹੋਰ ਕੀ ਹੋ ਰਿਹਾ ਕਿ ਤੈਂ ਅਨਹਦ ਸ਼ਬਦ ਬਜੰਤਾ, ਉੱਥੇ ਇੱਕ ਸ਼ਬਦ ਵੱਜਦਾ ਪਿਆ, ਉਹਦੀ ਧੁਨ ਵੀ ਮੈਨੂੰ ਸੁਣਦੀ ਹੈ ਅਤੇ ਉਸ ਪ੍ਰਕਾਸ਼ ਅਤੇ ਰਿਸ਼ਮਾਂ ਵੀ ਮੈਨੂੰ ਨਜ਼ਰ ਆ ਰਹੀਆਂ ਨੇ ਅਤੇ ਉਹਨਾਂ ਪ੍ਰਕਾਸ਼ ਅਤੇ ਰਿਸ਼ਮਾਂ ਦੇ ਸਹਾਰੇ ਹੌਲੀ ਹੌਲੀ ਕੇਂਦਰ ਨਜ਼ਰ ਆਉਣ ਲੱਗ ਪਿਆ, ਉੱਥੇ ਤੁਰ ਜਾਵਾਂਗੇ। ਜਿਸ ਧਿਆਨ ਕਦੇ ਕੀਤਾ ਹੋਏਗਾ, ਕਦੇ ਬੈਠੇ ਹੋਵਾਂਗੇ, ਕਦੇ ਜਪਿਆ ਹੋਏਗਾ, ਕਦੇ ਗੁਰੂ ਸ਼ਬਦ ਸਮਝਿਆ ਹੋਏਗਾ ਅਤੇ ਸਮਝਿਆ ਨਹੀਂ ਤੇ ਦਰ ਘਰ ਖਾਦੇ ਸੇ ਨਾ ਭਾਈ, ਅੰਧਕਾਰ 'ਚ ਕੁਛ ਵੀ ਨਹੀਂ, ਆਪਣਾ ਹੱਥ ਨੇ ਨਜ਼ਰ ਨਹੀਂ ਆਉਂਦਾ, ਦਰ ਘਰ ਤੇ ਬੜੀ ਦੂਰ ਹੈ। ਫਿਰ ਕਹਿਣ ਲੱਗੇ ਘਰ ਦਰ ਦਿਸੇ ਨਾ ਭਾਈ, ਹੁਣ ਕੀ ਹੋ ਰਿਹਾ, ਜਮ ਦਰਬਾਰ ਦਾ ਠੌਰ ਨਾ ਪਾਵੇ, ਉੱਥੇ ਹੀ ਬੱਧਾ ਹੋਇਆ ਮਾਰ ਖਾਈ ਜਾਂਦਾ ਪਰ ਟਿਕਾਣਾ ਕੋਈ ਨਹੀਂ ਮਿਲਦਾ। ਪਤਾ ਕਿਉਂ, ਆਪਣਾ ਕੀਆ ਕਮਾਈ। ਭਾਈ ਜਦ ਤੇਰੇ ਕੋ ਮੌਕਾ ਸੀ ਤੂੰ ਜਪਿਆ ਨਹੀਂ, ਜਦ ਗੁਰੂ ਕੇ ਕਹਿੰਦੇ ਸੀ ਜਪ ਮਨ ਸਤਨਾਮ ਸਦਾ ਸਤਨਾਮ, ਅਤੇ ਤੂੰ ਗੁਰੂ ਕੇ ਕਹਿਣਾ ਮਨ ਛੱਡ ਕੇ ਬਾਹਰ ਗਾਲੀਆਂ ਕੱਢਦਾ ਸੀ, ਤੇ ਗੁਰੂ ਕਹਿੰਦਾ ਕਹਿਣਾ ਮਨ ਦੀ ਬਜਾਈ ਈਰਖਾ ਨਿੰਦਾ ਦੇ ਬੋਲ ਬੋਲਦਾ ਸੀ, ਹੰਕਾਰ ਦੇ ਬੋਲ ਬੋਲਦਾ ਸੀ। ਉਹ ਗੁਰੂ ਕਹਿੰਦੇ ਸੀ ਭਾਈ ਰਸਨਾ ਤੋਂ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ। ਗੁਰੂ ਕੇ ਕਹਿੰਦੇ ਸੀ ਬੋਲਿਆ ਕਰ, ਸੁਣਿਆ ਕਰ, ਆਇਓ ਸੁਣਨ ਪੜ੍ਹਨ ਕੋ ਬਾਣੀ, ਪਰ ਤੂੰ ਤਾਂ ਕੁਛ ਹੋਰ ਹੀ ਸੁਣਦਾ ਸੀ, ਕੁਛ ਹੋਰ ਹੀ ਬੋਲਦਾ ਸੀ। ਆਪਣਾ ਕੀ ਅਤੇ ਹੁਣ ਕੀ, ਸਹਵੇ ਜੀਆ, ਬੜਾ ਪਿਆਰਾ ਬਚਨ ਪਾਠ ਕਰਦਾ ਕਿਤੇ ਪੜ੍ਹਨਾ, ਸਹਵੇ ਜੀਆ, ਆਪਣਾ ਕੀ ਆ। ਸਹਿਣਾ ਪੈਣਾ, ਫਿਰ ਮਾਰ ਪੈਂਦੀ ਸਹਿਣੀ ਪੈਣੀ, ਕੋਈ ਰੋਵਾਂਗੇ ਪਿੱਟਾਂਗੇ। ਇਬ ਕੇ ਬਰਾਹੇ ਜੰਮੇ ਨਾਹੀਂ, ਉੱਥੇ ਬੀਜੇ ਕਰਮ ਬੋਲੇ ਕਰਮ, ਕੋਈ ਨਹੀਂ ਸੁਣਵਾਈ ਹੋਣੀ। ਕਿਉਂਕਿ ਆਪਣਾ ਕੀਆ ਕਮਾਈ, ਭਾਈ ਇਹ ਤੇ ਆਪਣੇ ਕੀਤੇ ਦੇ ਭੁਗਤਣਾ ਪੈਣਾ, ਕਰਨਾ ਪੈਣਾ। ਬੜਾ ਪਿਆਰੇ ਪਿਆਰੇ ਬਚਨ ਗੁਰਬਾਣੀ 'ਚ ਕਦੇ ਪੜ੍ਹੀ, ਮਾਰ ਮੂੰਹੈ ਮੂੰਹ ਖਾਏ, ਮੂੰਹ 'ਤੇ ਮਾਰ ਪੈਣੀ ਆ। ਇਹ ਸਭ ਗੱਲਾਂ ਹੌਲੀ ਹੌਲੀ ਕਿਤੇ ਸਮਝਿਆ ਕਰੇ ਬਣ, ਬਹੁਤ ਕੁਛ ਹੈ ਜੋ ਸਾਨੂੰ ਸਮਝਾਉਂਦਾ ਕਿ ਭਾਈ ਈਰਖਾ ਨਿੰਦਾ ਤੋਂ ਬਾਅਦ, ਵਿਕਾਰਾਂ ਤੋਂ ਬਾਅਦ, ਮਾੜੇ ਕਰਮਾਂ ਤੋਂ ਬਾਅਦ ਪ੍ਰਭੂ ਦਾ ਧਿਆਨ ਧਰ, ਚੰਗੇ ਕਰਮ ਕਰ। ਮਹਾਰਾਜ ਕੀ ਕਰਾਂ, ਕਹਿਣ ਲੱਗੇ ਇਹ ਕੰਮ ਕਰਿਆ ਕਰ, ਨਦਰ ਕਰੇ ਤਾਂ ਅੱਖੀਂ ਵੇਖਾਂ। ਮੇਰੇ 'ਤੇ ਮਹਾਰਾਜ ਕਿਤੇ ਕਿਰਪਾ ਕਰਦੇ ਤੇ ਮੈਂ ਵੀ ਅੱਖੀਂ ਉਸ ਸਾਹਿਬ ਦੇ ਦਰ ਦੇ ਦਰਸ਼ਨ ਕਰ ਸਕਾਂ, ਮੈਂ ਵੀ ਕਿ ਝਿਲਮਿਲਤਕਾਰਤਾ ਦੇ ਉਸ ਰਿਸ਼ਮਾਂ ਨੂੰ ਦੇਖ ਪਾਵਾਂ, ਮੈਂ ਵੀ ਪ੍ਰਤੱਖ ਦਰਸ਼ਨ ਕਰ ਪਾਵਾਂ। ਪਰ ਕਦੋਂ, ਨਦਰ ਕਰੇ ਤਾਂ, ਮੇਰੇ 'ਤੇ ਕਿਰਪਾ ਹੋਏ। ਅਰਦਾਸ ਕਰ ਮਹਾਰਾਜ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਕਹਿ ਲਗੇ ਨਦਰ ਕਰੇ ਤਾਂ ਅੱਖੀਂ ਵੇਖਾਂ, ਕਹਿਣਾ ਕਥਨ ਨਾ ਜਾਈ। ਹਾਂ ਜੋ ਦਿਸੇਗਾ ਉਹ ਕਹਿ ਨਹੀਂ ਸਕਾਂਗਾ, ਜੇ ਗੂੰਗੇ ਨੂੰ ਗੁੜ ਖਵਾਇਆ ਜਾਏ ਬੋਲ ਨਹੀਂ ਪਾਉਂਦਾ। ਇਸੇ ਕਰਕੇ ਭਗਤ ਜੋ ਦਰਸ਼ਨ ਕਰਦੇ ਨੇ ਨਾ, ਉਹ ਦੱਸਦੇ ਨਹੀਂ, ਦੱਸ ਨਹੀਂ ਪਾਉਂਦੇ, ਕਿਉਂਕਿ ਦੱਸਣ ਲਈ ਸ਼ਬਦ ਹੋਰ ਹੁੰਦੇ ਨੇ, ਅਸੀਂ ਕੁਝ ਹੋਰ ਸਮਝਦੇ ਹਾਂ। ਕਹਿਣਾ ਕਥਨ ਨਾ ਜਾਏ, ਫਿਰ ਉਹ ਕੀ ਕਰੇ, ਕਿ ਲੱਗੇ ਕੰਨੀ ਸੁਣ ਸੁਣ ਸ਼ਬਦ ਸਲਾਹੀ, ਮੈਂ ਉਹਦੇ ਸ਼ਬਦ ਨੂੰ ਕੰਨਾਂ ਹੀ ਸੁਣਾ, ਧੁਨ ਸੁਣਾ ਉਹਦੀ ਅਤੇ ਸਿਫਤ ਕਰਾਂ। ਤਾਂ ਵੀ ਸਾਨੂੰ ਕਹਿੰਦੇ ਨੇ ਸੁਨਾਨਾ ਸਿਫਤ ਕਰਿਆ ਕਰੋ ਜੀ, ਔਰ ਇਹ ਦਾਤ ਹੈ ਗੁਰਦੇਵ, ਮੰਗਿਆ ਕਰੀ ਮਹਾਰਾਜ ਮੈਨੂੰ ਸਿਫਤ ਕੀ ਦਾਤ ਮਿਲ ਜਾਏ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਨਤੀਜਾ ਕੀ ਮਿਲੇਗਾ, ਕਹਿਣ ਲੱਗੇ ਅੰਮ੍ਰਿਤ ਹਿਰਦੈ ਵਸਾਈ। ਇਹਨਾਂ ਸ਼ਬਦ ਵਿੱਚ ਅੰਮ੍ਰਿਤ ਹੈ, ਜਦੋਂ ਬੋਲਾਂਗਾ ਸੁਣਾਂਗਾ ਅਤੇ ਤਾਸੀਰ ਕਰਕੇ ਅੰਮ੍ਰਿਤ ਹਿਰਦੇ 'ਚ ਵਸਦਾ ਹੈ। ਅੰਮ੍ਰਿਤ ਹਿਰਦੈ ਵਸਾਈ, ਤੋ ਉਸ ਅੰਮ੍ਰਿਤ ਦਾ ਸਮਝ ਕੀ ਹੈ ਕਿ ਜਿਤਨਾ ਅੰਮ੍ਰਿਤ ਸਾਡੇ ਹਿਰਦੇ 'ਚ ਹੈ, ਜੋ ਸ਼ਬਦ ਕਰਕੇ ਵਸਿਆ, ਉਹ 'ਚੋਂ ਇੰਨੀ ਕੁ ਸਮਝ ਨਿਰਭਉ ਨਿਰੰਕਾਰ ਨਿਰਵੈਰ, ਉਹਦੀ ਉਤਨੀ ਸਮਝ ਉਤਨਾ ਬਹੁਤ ਵੱਧਦਾ ਜਾਏਗਾ। ਪੂਰਨ ਜੋਤ ਸਮਾਈ, ਸਮਝ ਆਉਂਦੀ ਜਾਏ ਕਿ ਨਿਰਭਉ ਨਿਰੰਕਾਰ ਦੀ ਜੋਤ ਹੀ ਖੰਡਾਂ ਬ੍ਰਹਮੰਡਾਂ ਸਮਾਈ ਹੈ, ਹਰ ਇੱਕ ਦੇ ਵਿੱਚ ਸਮਾਈ, ਘਟ ਘਟ ਮੈਂ ਹਰ ਜੂ ਵਸਿਆ ਹੋਇਆ। ਪੂਰਨ ਜੋਤ ਸਮਾਈ, ਨਾਨਕ ਗੁਰ ਬਿਨ ਭਰਮ ਨਾ ਭਾਕੈ, ਪਰ ਭਰਮ ਦਾ ਪੜਦਾ ਗੁਰੂ ਤੋਂ ਬਿਨਾਂ ਨਹੀਂ ਟੁੱਟਦਾ। ਗੁਰਦੇਵ ਕਿਰਪਾ ਕਰਨ ਸਾਡਾ ਭਰਮ ਦਾ ਪੜਦਾ ਤੋੜ ਦੇਣ, ਕਿਉਂਕਿ ਸੁਣਿਆ ਹੈ ਭਰਮ ਦੇ ਪੜਦੇ ਸਤਿਗੁਰੂ ਕੱਟ ਦਿੰਦੇ ਨੇ। ਨਾਨਕ ਗੁਰ ਬਿਨ ਭਰਮ ਨਾ ਭਾਗੈ, ਜਿਨ੍ਹਾਂ 'ਚ ਭਰਮ ਨਹੀਂ ਜਾਂਦਾ, ਸੱਚ ਨਾਮ ਵਡਿਆਈ,
ਤੇ ਗੁਰੂ ਤੋਂ ਸੱਚ ਨਾ ਮਿਲਦਾ ਹੈ ਤੇ ਸਤਨਾਮ ਦੇ ਸਦਕੇ ਹੀ ਵਡਿਆਈ ਮਿਲਦੀ ਹੈ। ਗੁਰਦੇਵ ਕਿਰਪਾ ਕਰਨ। ਜਿੱਥੇ ਅਸੀਂ ਪਰਿਵਾਰ ਚੰਗੇ ਮਾਤਾ ਪਿਤਾ ਧੀਆਂ ਪੁੱਤਰ ਬਣ ਕੇ ਰਹਿਣਾ, ਉੱਥੇ ਚੰਗੇ ਗੁਰਸਿੱਖ ਤੇ ਚੰਗੇ ਜੀਵ ਬਣਨਾ, ਤਾਂ ਕਿ ਦਰ 'ਤੇ ਵੀ ਸਾਡੀ ਪਹੁੰਚ ਹੋ ਸਕੇ। ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭਦੇਵ ਪ੍ਰਾਪਤ ਹੋ ਸਕੇ। ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਤੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।